ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ हम संतन की रेन प्यारे, हम संतन की शरणा, संत हमारी ओट सतानी, संत हमारा गहना। हम संतन की रेन प्यारे, हम संतन की शरणा, हम संतन की शरणा। जन्म जन्म के दुख निवारे, सुखा मन सुधारे। दर्शन भेट होत निहाला, हर का नाम विचार। मेरा वैद गुरु गोविंदा, हर हर नाम औखद मुख देवे, काटे जम के फंदा। सब तो पहलो संगत नूं बेनती करिए कि भाई कहंदे ने बड़ी बीमारी है करोना दी, एक दूजे नूं लग जांदी। इहदे ते सरकार ने स्कूल बंद कीते हुए ने। विद्या बच्चों की विद्या का बहुत नुकसान हो रहा है। आ देखो हुण बच्चे भी विचे आ, आपां भी विचे आ, बाजारां 'च भी यही हाल है, घरां विच भी यही हाल है। सरकार जो मर्जी कही जाए, पर लोग एक दूजे नूं मिल रहे हैं, जा रहे हैं, आ रहे हैं, घरां विच बाजारां विच जिथे कोई समागम होंदा है पिंड विच इकट्ठे हो जाते, सारे इकट्ठे हो जाते। ये पहलों वाली गल रही नहीं बीमारी च। ये जड़ियां बीमारियां होंदियां पहलों बहुत तेज होंदियां, फिर ठंडियां पै जांदियां। जिवें चीन दे विच नुकसान होया इस बीमारी नाल, वो तो सड़क ते डिग पैंदे सी। अपने इंडिया च नहीं होया, इहदा तेज घटदा है, एक तो दूजे विच घट जाती, तीजे विच घट जाती, चौथे विच ये हुण आम बीमारी जी रह गई थोड़ी बहुती। बंदे ठीक होंदे जा रहे हैं, नुकसान भी हो रहा है, बचाव भी रखने की लोड़ है, पर आपदा नुकसान ना करो, ना कारोबार का नुकसान करो। सरकार ने खुल दिती हुई है, ना बच्चों की पढ़ाई का नुकसान करो। ये इन्हां दा भविख सारा बिगड़ जाएगा। जिमीदार का एक साल मारिया जाए ना, फसल फुसल सारी मारी जाए, नुकसान हो जाए, ये कई साल पूरा नहीं होंदा घाटा एक साल का। ते बच्चों का एक साल मारिया गया तो कई साल पूरे नहीं होने। आपां घरां च इकट्ठे आ, एक दूजे नूं मिलदे आ, बाजारां च जाने आ, बच्चे घूमते फिरते हैं। हुण स्कूलों वालों छुट्टी है ना, ये नट्ठी फिरदे आ बच्चे, कदी किसे कोल, कदी किसे कोल, कदी किसे रिश्तेदारी। ते स्कूल विच आपां नूं कुछ होण नहीं लगा। परहेज रखो, स्कूलों वाले कंट्रोल रखण। सरकार वालों जिन्नी कोई छूट दी है उस अनुसार सारे स्कूलों दे विच पढ़ाई की इजाजत दे देनी सरकार ने। ते बच्चों का भविख ना खराब करो। एक इत्थे आउण नाल बच्चों नूं चंगी संगत मिलदी, चंगे विचार पैदा होंदे, गुरु घर दे विच आण के चंगी सिक्ख्या मिलनी है। गुरु घर दर्शन कर लेने, गुरु का लंगर छक लेना है, गुरु के दर्शन कर लेने,
ਗੁਰਬਾਣੀ ਦਾ ਪਾਠ ਕਰ ਲੈਣਾ ਬਹਾਨੇ ਦੇ ਨਾਲ। ਤੇ ਇਹ ਜ਼ਰੂਰ ਸਾਰੀਆਂ ਸੰਗਤਾਂ ਖਿਆਲ ਕਰੋ, ਕਿਉਂਕਿ ਆਪਾਂ ਸਭ ਪਾਸਿਓਂ ਖੋਲ੍ਹਿਆ ਹੋਇਆ, ਸਭ ਆਪਣੇ ਖੁੱਲੇ ਮਾਹੌਲ ਹੋਏ ਪਏ ਨੇ। ਇਸ ਖੁੱਲੇ ਮਾਹੌਲ ਦੇ ਵਿੱਚ ਇਹ ਬੱਚਿਆਂ ਦਾ ਨੁਕਸਾਨ ਨਾ ਕਰੋ। ਬੱਚਿਆਂ ਨੂੰ ਜ਼ਰੂਰ ਪੜ੍ਹਾਈ ਕਰਾਓ। ਮਾਂ ਬਾਪ, ਸਰਕਾਰ ਨੇ ਕਿਹਾ ਹੈ, ਮਾਂ ਬਾਪ ਬੱਚਿਆਂ ਨੂੰ ਭੇਜ ਨਹੀਂ ਰਹੇ। ਕੋਈ ਬੱਚਿਆਂ ਨੂੰ ਨਹੀਂ ਹੋਣ ਲੱਗਾ ਭਾਈ ਇੱਥੇ ਕੀ ਹੋ ਗਿਆ। ਜਿੱਥੇ ਤੁਸੀਂ ਜਾਂਦੇ ਆਉਂਦੇ ਮਿਲਦੇ ਬਾਜ਼ਾਰ 'ਚ, ਰਿਸ਼ਤੇਦਾਰੀਆਂ 'ਚ, ਬੱਸਾਂ 'ਚ, ਗੱਡੀਆਂ 'ਚ ਜਾਂਦੇ ਜੀ, ਕੀ ਹੋ ਗਿਆ। ਇਹ ਪਹਿਲੋਂ ਵਾਲੀ ਬਿਮਾਰੀ ਨਹੀਂ ਰਹੀ। ਬਾਕੀ ਹਰ ਚੀਜ਼ ਗੁਰੂ ਦੀ ਬਾਣੀ ਕਹਿੰਦੀ ਹੁਕਮ ਦੇ ਵਿੱਚ। ਇਹਨੇ ਜਿਹਨੂੰ ਇਸ ਬਿਮਾਰੀ ਨੇ ਹੁਕਮ ਹੈ ਉਹਨੂੰ ਭਾਈ ਲੱਗਣਾ ਹੀ ਹੈ। ਜਿੰਦੀ ਮੌਤ ਪੁੱਗ ਗਈ ਉਹਨੇ ਮਰਨਾ ਹੀ ਹੈ। ਬਹਾਨਾ ਕੋਈ ਵੀ ਬਣ ਜੇ, ਐਕਸੀਡੈਂਟ ਦਾ ਬਣ ਜੇ, ਕੋਈ ਬਿਮਾਰੀ ਦਾ ਬਣ ਜੇ, ਕੋਈ ਖਾਦਾ ਵਿਗਾੜ ਪੈ ਜਾਵੇ, ਬੈਠਾ ਬੈਠਾ ਦਮ ਛੱਡ ਜਾਵੇ। ਜਿੰਦਾ ਸਮਾਂ ਪੁੱਗਿਆ ਹੈ ਉਹਨੇ ਤਾਂ ਮਰਨਾ ਹੈ। ਜਿਹਨੂੰ ਬਿਮਾਰੀ ਆਉਣੀ ਹੈ ਹੁਕਮ ਦੇ ਵਿੱਚ, ਪ੍ਰਮਾਤਮਾ ਦੇ ਆਗਿਆ ਦੇ ਵਿੱਚ ਹੁੰਦੀ ਹੈ। ਹਰ ਇੱਕ ਨੂੰ ਨਹੀਂ ਲੱਗਦੀ। ਇਹਦੇ ਵਿੱਚ ਥੋੜ੍ਹੀ ਬਹੁਤੀ ਦਵਾਈ ਵਰਤੀ ਜਾਓ, ਘਰੇਲੂ ਨੁਕਸੇ ਜਿਹੜੇ ਕਾੜੇ ਕੂੜੇ ਜੇ ਹੋਰ ਕੋਈ ਦਵਾਈਆਂ ਆਪਣੇ ਇੱਥੋਂ ਵੀ ਗੁਰਮੁਖ ਪਿਆਰੇ ਦਿੰਦੇ ਆ, ਉਹ ਦਵਾਈ ਥੋੜ੍ਹੀ ਜਿਹੀ ਮੂੰਹ 'ਚ ਰੱਖ ਲਓ, ਨੱਕ 'ਚ ਪਾ ਲਓ। ਜੇ ਕਿਸੇ ਨੂੰ ਕਸਰ ਹੋਵੇ ਵੀ ਤੇ ਫਰਕ ਪੈ ਜਾਂਦਾ, ਠੀਕ ਹੋ ਜਾਂਦਾ। ਦਵਾਈਆਂ ਸਭ ਆਯੁਰਵੈਦਿਕ ਵਾਲਿਆਂ ਨੇ, ਹੋਮੋਪੈਥੀ ਵਾਲਿਆਂ ਨੇ, ਐਲੋਪੈਥੀ, ਨੈਚੁਰਲਪੈਥੀ, ਸਭ ਨੇ ਦਵਾਈਆਂ ਕੱਢੀਆਂ ਹੋਈਆਂ ਕਿ ਇਹਦੇ ਵਾਸਤੇ ਵਰਤੋ। ਪਰ ਸਾਡਾ ਮਤਲਬ ਇਹ ਨਾ ਤਾਂ ਕਾਰੋਬਾਰ ਦਾ ਨੁਕਸਾਨ ਕਰੋ ਤੇ ਨਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰੋ। ਇਹ ਆਪਣਾ 1 ਸਾਲ ਦਾ ਆਪਾਂ ਨੂੰ ਬਹੁਤ ਮਹਿੰਗਾ ਪੈ ਜਾਣਾ ਤੇ ਬਹੁਤ ਬੱਚਿਆਂ ਲਈ ਬੜੀ ਔਖਿਆਈ ਹੋਏਗੀ ਪੜ੍ਹਾਈ ਦੇ ਵਿੱਚ। ਇੱਕ ਜਦੋਂ ਬੱਚੇ ਇਕੱਠੇ ਹੁੰਦੇ ਆ ਸਕੂਲ 'ਚ, ਇਹਨਾਂ ਨੂੰ ਇੱਕ ਦੂਜੇ ਤੋਂ ਸ਼ਕਤੀ ਮਿਲਦੀ ਹੈ, ਇੱਕ ਦੂਜੇ ਤੋਂ ਬਲ ਮਿਲਦਾ ਹੈ। ਜਦੋਂ ਬੱਚੇ ਸਕੂਲ 'ਚ ਇਕੱਠੇ ਆਨਲਾਈਨ ਪੜ੍ਹੀ ਜਾਣ ਜਿਵੇਂ ਮਰਜ਼ੀ, ਨਹੀਂ ਪੜ੍ਹਾਈ ਹੁੰਦੀ। ਇਕੱਠੇ ਹੋ ਕੇ ਬੱਚੇ ਜਦੋਂ ਸਕੂਲ 'ਚ, ਟੀਚਰਾਂ ਦੇ ਕੋਲ ਟੀਚਰ ਗੁਰੂ ਹੁੰਦੇ ਆ, ਚੰਗੇ ਟੀਚਰ ਮਿਲ ਜਾਣ ਸਮਝੋ ਚੰਗੇ ਗੁਰੂ ਮਿਲ ਗਏ। ਉਹਨਾਂ ਨੇ ਚੰਗੀ ਸਿੱਖਿਆ ਦੇਣੀ ਹੈ। ਟੀਚਰਾਂ ਦੇ ਕੋਲ ਸੰਗਤ, ਆਪਣੇ ਬੱਚਿਆਂ ਦੀ ਸੰਗਤ ਦੇ ਵਿੱਚ ਇੱਕ ਦੂਜੇ ਤੋਂ ਵੇਖ ਕੇ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ, ਤਗੜੇ ਹੁੰਦੇ ਆ, ਇੱਕ ਦੂਜੇ ਤੋਂ ਗੁਣ ਮਿਲਦੇ ਆ, ਇੱਕ ਦੂਜੇ ਦੀ ਆਦਮੀ ਇਨਸਾਨ ਨਕਲ ਕਰਦਾ ਹੈ। ਤੇ ਨਕਲਾਂ ਚੰਗੀਆਂ ਹੀ ਕੀਤੀਆਂ ਜਾਂਦੀਆਂ, ਮਾੜੀਆਂ ਨਹੀਂ। ਮਾੜੀਆਂ ਨੁਕਸਾਨਦਾਇਕ ਹੁੰਦੀਆਂ। ਇਸ ਕਰਕੇ ਇਹ ਬੇਨਤੀ ਦਾ ਜ਼ਰੂਰ ਖਿਆਲ ਰੱਖੋ ਕਿ ਸਭ ਕੁਝ ਆਪਣਾ ਚੱਲ ਰਿਹਾ ਹੈ, ਪਰ ਗੁਰੂ ਸਾਹਿਬ ਦੀ ਮਿਹਰ ਹੈ। ਆਪਣੇ ਜਿਹੜੇ ਪ੍ਰੋਗਰਾਮ ਚੱਲਦੇ ਆ ਉਹ ਕੋਈ ਅੰਦਰ ਨਹੀਂ ਚੱਲਦੇ, ਉਹ ਟੀਵੀ ਚੈਨਲ ਦੇ ਉੱਤੇ ਚੱਲਦੇ। ਜਿਸ ਸਮੇਂ 2 ਬੰਦੇ ਨਹੀਂ ਇਕੱਠੇ ਹੋ ਸਕਦੇ ਸੀ, ਕਰਫਿਊ ਲੱਗੇ ਹੋਏ ਸੀ, ਉਦੋਂ ਵੀ ਆਪਣੇ ਮਾਂ ਸੰਪੜ ਪਾਠ ਚੱਲੀ ਜਾਂਦੇ ਸੀ। ਦੀਵਾਨ ਵੀ ਇੱਕ ਦਿਨ ਦੀ ਵੀ ਰਹਿਣ ਸਵਾਈ ਬੰਦ ਨਹੀਂ ਹੋਈ, ਭਾਵੇਂ ਹਿੰਦੁਸਤਾਨ ਬੰਦ ਹੋ ਗਿਆ। ਹਿੰਦੁਸਤਾਨ ਬੰਦ ਹੋ ਗਿਆ, 30 ਦਿਨਾਂ ਲਈ ਬੰਦ ਹੋ ਗਿਆ, 20 ਦਿਨਾਂ ਲਈ ਬੰਦ ਹੋ ਗਿਆ, 50 ਦਿਨਾਂ ਲਈ ਬੰਦ ਹੋ ਗਿਆ ਹਿੰਦੁਸਤਾਨ। ਪਰ ਗੁਰੂ ਨਾਨਕ ਦੇ ਘਰ ਦੀ ਰਹਿਣ ਸਵਾਈ ਇਹ ਬੰਦ ਨਹੀਂ ਹੋਈ, ਇਹ ਰੋਜ਼ ਹੀ ਹੋਈ। ਮਾਂ ਸੰਪੜ ਪਾਠ ਜੇ ਅੱਗੇ 1 ਚੱਲਦਾ ਸੀ, ਫਿਰ 2 ਹੋ ਗਏ, 2 ਤੋਂ 4 ਹੋ ਗਏ, 4 ਤੋਂ 8 ਹੋ ਗਏ, 8 ਤੋਂ 16 ਹੋ ਗਏ, 16 ਤੋਂ ਅੱਜ 29-30 ਪਾਠ ਚੱਲਦੇ ਪਏ ਨੇ ਕਈ ਥਾਵਾਂ ਤੇ। ਸੰਗਤਾਂ ਗੁਰਮੁਖ ਪਿਆਰੇ ਅੰਦਰ ਵੜ ਕੇ ਨਾਮ ਜਪ ਰਹੇ ਨੇ, ਦਵਾਈ ਬੂਟੀ ਦਾ ਖਿਆਲ ਰੱਖਦੇ ਆ, ਸਿਹਤ ਦਾ ਖਿਆਲ ਰੱਖਦੇ ਆ, ਪੂਰੀ ਮਰਿਆਦਾ ਦੇ ਵਿੱਚ ਰਹਿੰਦੇ ਆ। ਸੰਗਤਾਂ ਜੱਗ ਦਾ ਭਲਾ ਹੋ ਗਿਆ, ਜੱਗ ਦਾ ਭਲਾ ਹੋਣਾ ਹੈ ਤੇ ਨਾਮ ਜਪ ਕੀ ਹੋਣਾ ਹੈ। ਸਾਰੇ ਗੁਰੂ ਕਹਿੰਦੇ ਆ, ਸਾਰੇ ਵੇਦ ਸ਼ਾਸਤਰ ਕਹਿੰਦੇ ਆ, ਸਾਰੇ ਸਾਧੂ ਮਹਾਂਪੁਰਸ਼ ਪੁਕਾਰਦੇ ਪਏ ਨੇ, ਭਾਈ ਜੱਗ ਦਾ ਭਲਾ ਹੋਣਾ ਹੈ ਤੇ ਨਾਮ ਜਪ ਕੀ ਹੋਣਾ ਹੈ। ਸੇਵਾ ਕਰਕੇ ਹੋਣਾ ਹੈ, ਪੁੰਨ ਦਾਨ ਕਰਕੇ ਹੋਣਾ ਹੈ, ਗੁਰੂਆਂ ਦੇ ਗੁਰੂ ਦਰਬਾਰਾਂ ਦੇ ਦਰਸ਼ਨ ਕਰਕੇ ਸਾਡਾ ਭਲਾ ਹੋਣਾ ਹੈ। ਇਹ ਸਾਡਾ ਭਲਾ ਹੈ ਇਹਦੇ 'ਚ, ਤੇ ਇਹਦੇ 'ਚ ਗੜਬੜਾ ਨਾ ਕਰੋ। ਕੁਝ ਬੱਚਿਆਂ ਦੀਆਂ ਨੀਤਾਂ ਹੋਈਆਂ ਵੀ ਛੁੱਟੀਆਂ ਮਾਰੋ, ਕੋਈ ਟੀਚਰਾਂ ਦੀਆਂ ਨੀਤਾਂ ਖੋਟੀਆਂ ਨੇ,
ਵੀ ਬਸ ਤਨਖਾਹਾਂ ਲੈ ਲਓ ਤੇ ਸਕੂਲ ਤੋਂ ਬਚਾ ਰਹੇ ਜੇ ਸਾਡਾ ਜਾਣ ਦਾ। ਕੁਝ ਟੀਚਰਾਂ ਪੜ੍ਹਾਉਣ ਵਾਲੇ ਦੀ ਨੀਤ ਨਹੀਂ ਸਹੀ, ਕੁਝ ਬੱਚਿਆਂ ਦਾ ਇਸ ਤਰੀਕੇ। ਇਹ ਤਾਂ ਕੰਟਰੋਲ ਕਮੇਟੀਆਂ ਨੇ, ਸਕੂਲ ਦੀਆਂ ਕਮੇਟੀਆਂ ਨੇ, ਜਿਨ੍ਹਾਂ ਤਨਖਾਹਾਂ ਦੇਣੀਆਂ ਬੱਚਿਆਂ ਦਾ ਮਾਂ ਬਾਪ ਨੇ ਕਰਨਾ ਹੈ। ਤੇ ਇਹਨਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰੋ, ਇਹ ਤੁਹਾਡਾ ਨੁਕਸਾਨ ਹੈ। ਸਕੂਲ ਦਾ ਵੀ ਨੁਕਸਾਨ ਹੈ, ਟੀਚਰਾਂ ਦਾ ਵੀ ਨੁਕਸਾਨ ਹੈ, ਬੱਚਿਆਂ ਦਾ ਮਾਂ ਬਾਪ ਦਾ ਨੁਕਸਾਨ ਹੈ। ਕਾਰੋਬਾਰ ਆਪਦੇ ਜ਼ਰੂਰ ਦੇਖੋ, ਜ਼ਰੂਰ ਕਰੋ, ਜਿੱਥੇ ਜਾਣਾ ਆਉਣਾ ਜਾਓ। ਜਿਵੇਂ ਸਰਕਾਰ ਕਹਿੰਦੀ ਉਵੇਂ ਕਰ ਲਓ ਭਾਈ, ਮੂੰਹ ਬੰਨ ਲਓ, ਇੱਕ ਦੂਜੇ ਤੋਂ ਪਰਹੇਜ਼ ਕਰ ਲਓ, ਥੋੜ੍ਹੇ ਜਿਹੇ ਹੱਥ ਹੁੱਥ ਸਾਫ਼ ਕਰ ਲਓ ਤੇ ਆਪਦੇ ਕੰਮ ਕਰਦਾ ਨਾ ਛੱਡੋ। ਜੇ ਗਰਮੀ ਆ ਜਾਏਗੀ ਵੀ ਧੁੱਪ ਬੜੀ ਪੈਂਦੀ, ਆਪਾਂ ਤਾਂ ਅੰਦਰ ਹੀ ਵੜ ਜਾਣਾ। ਉਹ ਜ਼ਿਮੀਂਦਾਰ ਖੇਤਾਂ 'ਚ ਮਰਦੇ ਆ, ਧੁੱਪ ਵੀ ਆਵੇ। ਜੇ ਆ ਜਾਏ ਮੀਂਹ, ਬਰਸਾਤ ਦੀ ਰੁੱਤ ਆ ਜੇ ਤੇ ਆਪਾਂ ਅੰਦਰ ਵੜ ਕੇ ਥੋੜਾ ਬਹਿ ਜਾਣਾ ਹੈ ਕਿ ਰੁੜਦੀ ਤੇ ਰੁੜ ਜਾਵੇ। ਉਹਦੇ ਆਪਾਂ ਸੋਚੀਦੇ ਹੁੰਦੇ, ਗਰਮੀ ਆਵੇ ਗਰਮੀ ਦੇ ਹੱਲ ਕਰੀਦੇ, ਸਰਦੀ ਆਵੇ ਸਰਦੀ ਦੇ ਹੱਲ ਕਰੀਦੇ, ਬਰਸਾਤਾਂ ਆਉਣ ਬਰਸਾਤ ਦਾ ਹੱਲ ਕਰੀਦਾ, ਪਰ ਕੰਮ ਨਹੀਂ ਛੱਡੀਦੇ। ਜੇ ਬਿਮਾਰੀ ਆ ਗਈ ਬਿਮਾਰੀ ਦਾ ਹੱਲ ਕਰੋ, ਪਰ ਕੰਮ ਨਾ ਛੱਡੋ। ਇਹ ਨੁਕਸਾਨ ਹੋਏਗਾ, ਦੇਸ਼ ਦਾ ਨੁਕਸਾਨ ਹੋਏਗਾ। ਹਰ ਚੀਜ਼ ਦਾ ਆਪਾਂ ਹਰ ਮੁਸ਼ਕਿਲ 'ਚ ਹੱਲ ਕਰਦੇ ਹਾਂ। ਬਿਮਾਰੀ ਆ ਜੇ ਸਰੀਰ 'ਚ, ਉਸ ਤਰੀਕੇ ਚੱਲਦੇ ਆ। ਲੱਤ ਖੜ ਗਈ ਏ, ਉਸ ਤਰੀਕੇ ਚੱਲਣਾ, ਪਰ ਚੱਲਣਾ ਜ਼ਰੂਰ ਹੈ। ਅੱਖ ਮਾਰ ਗਈ ਇੱਕ ਅੱਖ ਨਾਲ ਗੱਡੀ ਚਲਾ ਲੈਣੀ, ਇੱਕ ਬਾਂਹ ਖੜ ਗਈ ਏ, ਬਾਂਹ ਦੇ ਇਲਾਜ ਕਰਨੇ ਆ, ਇੱਕ ਬਾਂਹ ਨਾਲ ਕੰਮ ਚਲਾ ਲੈਣਾ। ਨਹੀਂ ਦੋਵੇਂ ਹੱਥ, ਫਿਰ ਵੀ ਆਪਦਾ ਹੱਲ ਕੱਢੋ। ਇਹ ਥੋੜਾ ਗੱਲ ਏ ਕਿ ਸਾਰੇ ਅੰਦਰ ਵੜ ਜਿਓ, ਕੰਮ ਬੰਦ ਕਰ ਦਿਓ, ਸਕੂਲ ਬੰਦ ਕਰ ਦਿਓ, ਦੁਕਾਨਾਂ ਬੰਦ ਕਰ ਦਿਓ। ਕਰੋ ਫਿਰ ਕੀ ਕਰੋਗੇ? ਗਰਮੀ ਨਾਲ ਅਸੀਂ ਟਾਕਰਾ ਕਰਦੇ, ਸਰਦੀ ਨਾਲ ਕਰਦੇ ਹਾਂ, ਬਰਸਾਤਾਂ ਨਾਲ ਕਰਦੇ ਹਾਂ, ਮੁਸ਼ਕਿਲਾਂ ਵਿੱਚ ਤੂਫਾਨ ਆ ਜੇ ਤੂਫਾਨਾਂ ਨਾਲ ਕਰਦੇ ਹਾਂ। ਹਰ ਚੀਜ਼ ਦੇ ਵਿੱਚ ਗੱਲ ਦੇ ਵਿੱਚ ਹੱਲ ਕੱਢੋ, ਹਰ ਗੱਲ ਦੇ ਵਿੱਚ ਹੱਲ ਕੱਢੋ। ਗੱਲ ਪਿੱਛੇ ਆਪਦਾ ਨੁਕਸਾਨ ਨਾ ਕਰੋ। ਉਧਰੋਂ ਤਾਂ ਬਿਮਾਰੀ ਦਾ ਜ਼ੋਰ ਸੀ, ਉਧਰੋਂ ਕਣਕ ਦੀ ਕਟਾਈ ਆ ਗਈ, ਝੋਨੇ ਦੀ ਲਵਾਈ ਆ ਗਈ। ਕੀ ਅਸੀਂ ਬੰਦ ਕਰਤਾ? ਸਰਕਾਰ ਨੇ ਖੋਲਿਆ ਨਾ, ਜ਼ਿਮੀਂਦਾਰ ਲਿਜਾਓ, ਟਰਾਲੀਆਂ ਲਿਜਾਓ, ਮੰਡੀਆਂ ਵੀ ਲੱਗੀਆਂ, ਇਕੱਠੇ ਵੀ ਹੋਏ। ਕੀ ਮਰ ਗਏ ਸਾਰੇ? ਬਚਾ ਕੀਤੇ ਆਪਾਂ। ਜੇ ਕਿਸੇ ਨੂੰ ਦੁੱਖ ਤਕਲੀਫ ਹੋਈ ਆ, ਦਵਾਈ ਬੂਟੀ ਲੈਣੀ। ਇਹਨਾਂ ਮੁਸ਼ਕਿਲਾਂ ਦੇ ਵਿੱਚ ਭਾਈ, ਮੁਸ਼ਕਿਲਾਂ ਵਿੱਚ ਜਿੰਨੇ ਸੰਸਾਰ ਮੁਸ਼ਕਿਲ ਹੀ ਏ, ਸੰਸਾਰ 'ਚ ਜੀਣਾ ਸਿੱਖ ਲਓ। ਇਹ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਹੀ ਡਰਦੇ ਰਹਿ ਗਏ ਤੇ ਕੰਮਕਾਰਾਂ ਦੇ ਨੁਕਸਾਨ ਹੋਣਗੇ, ਕਾਰੋਬਾਰ ਦੇ, ਵਿੱਦਿਆ ਦੇ, ਸਾਡੀ ਸਿਹਤਾਂ ਦੇ ਨੁਕਸਾਨ ਵੀ ਹੋਣਗੇ। ਉਹਨੇ ਬੰਦੇ ਕਰੋਨਾ ਨਾਲ ਨਹੀਂ ਮਰੇ ਜਿੰਨੇ ਅੰਦਰ ਬੰਦ ਕਰਨ ਨਾਲ ਮਰੇ ਆ। ਬੋਝ ਹੀ ਪਾਈ ਗਏ ਦਿਮਾਗਾਂ ਤੇ, ਲੋੜ ਹੀ ਪਾਈ ਗਏ। ਅਸੀਂ ਖੁੱਲੇ ਫਿਰਦੇ ਸੀ, ਅਸੀਂ ਨਹੀਂ ਖੜੇ ਇੱਕ ਦਿਨ ਵੀ। ਸਰਕਾਰ ਦਾ ਵੀ ਸਹਿਯੋਗ ਰਿਹਾ ਵੀ ਤੁਸੀਂ ਭਲੇ ਕੰਮ ਕਰਦੇ ਜੇ, ਪਰਉਪਕਾਰ ਕਰਦੇ ਜੇ, ਸੰਗਤਾਂ ਦੇ ਨਾਮ ਜਪਦੇ ਜੇ, ਪਾਉਂਦੇ ਜੇ, ਜੱਗ ਦਾ ਭਲਾ ਹੁੰਦਾ ਹੈ। ਉਹਨਾਂ ਵੀ ਸਹਿਯੋਗ ਦਿੱਤਾ। ਭਲੇ ਕੰਮ 'ਚ ਸਰਕਾਰ ਨੂੰ ਵੀ ਸੋਚਣਾ ਪੈਂਦਾ ਕਿ ਇਹਦੇ 'ਚ ਇਹਨਾਂ ਦਾ ਸਾਥ ਦੇਈਏ। ਤੇ ਸਾਰੇ ਕਾਰਜ ਚੱਲਦੇ ਰਹੇ। ਗੁਰੂ ਸਾਹਿਬ ਸਹਾਈ ਰਹੇ ਨੇ। ਗੁਰੂ ਸਾਹਿਬ ਆਪ ਮਿਹਰ ਰੱਖੀ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਦ ਸੇਵਕੀ, ਤਾਂ ਤਾਂ ਉੜਤਾ ਹੋਵੇ ਪੜਨਾ। अपने सेवक की अपने सेवक की आपे राखे, आपे नाम जपावे। अपने सेवक की, अपने सेवक की
ਆਪੇ ਨਾਮ ਜਪਾਵੇ। ਆਪਣੇ ਸੇਵਕ ਕੀ ਆਪੇ ਰੱਖ। ਪਰਮੇਸ਼ਰ ਰੱਖਿਆ ਕਰਦਾ। ਨਾਮ ਜਪਣਾ, ਕਿਰਤ ਕਰਨੀ, ਧਰਮ ਦੀ ਵੰਡ ਛਕਣਾ, ਇਹ ਸਾਡੇ ਗੁਰੂਆਂ ਦਾ ਹੁਕਮ। ਵੀ ਨਾਮ ਜਪਣਾ, ਕਿਰਤ ਕਰਨੀ ਧਰਮ ਦੀ ਤੇ ਵੰਡ ਕੇ ਛਕਣਾ, ਇਹ ਗੁਰੂਆਂ ਦਾ ਹੁਕਮ ਹੈ। ਔਖਾ ਸਮਾਂ ਇੱਕ ਦੂਜੇ ਦੇ ਸਾਥ ਦਿਓ ਤੇ ਆਪਣਾ ਸਵੇਰੇ ਉੱਠ ਕੇ ਰੱਬ ਨੂੰ ਜ਼ਰੂਰ ਯਾਦ ਕਰੋ, ਸ਼ਾਮ ਨੂੰ ਕਰੋ। ਸਾਡੀ ਗੁਰੂ ਰੱਖਿਆ ਕਰੇਗਾ ਸਾਰਾ ਦਿਨ। ਗੁਰੂ ਸਾਹਿਬ ਨੇ ਮੇਲ ਕਰਨੀ ਹੈ, ਸਾਰੇ ਆਸਰਾ ਲਈਏ। ਸਤਿਗੁਰੂ ਜੀ ਸਾਨੂੰ ਇਹਨਾਂ ਹਵਾ ਤੋਂ ਬਚਾ ਕੇ ਰੱਖੋ ਤੇ ਸਾਡੇ ਕਾਰੋਬਾਰ ਚੱਲਣ, ਬੱਚਿਆਂ ਦੀਆਂ ਪੜ੍ਹਾਈਆਂ ਚੱਲਣ, ਸਾਰੇ ਪਾਸੇ ਸਾਡੇ ਤੇ ਮਿਹਰ ਕਿਰਪਾ ਰੱਖੋ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਰੇ ਪਾਸੇ ਮੁਸ਼ਕਲਾਂ ਵਧੀ ਹੋਈ ਹੈ। ਸਰਕਾਰ ਉਲਟੇ, 22 ਧਾਰ ਦੇ ਰਾਜੇ ਉਲਟ ਨੇ, ਮੁਗਲਾਂ ਦਾ ਰਾਜ ਸੀ ਉਹ ਸਾਰੇ ਉਲਟ ਨੇ, ਤੇ ਗੁਰੂ ਗੋਬਿੰਦ ਸਿੰਘ ਕੀ ਮੈਦਾਨ ਛੱਡ ਗਏ। ਮਹਾਰਾਜ ਪੂਰੇ ਲੜੇ। ਇਹ ਸੂਰਮਿਆਂ ਦਾ ਕੰਮ ਹੈ ਲੜਨਾ, ਕੈਰਾਂ ਦਾ ਕੰਮ ਹੈ ਮੈਦਾਨ ਛੱਡ ਜਾਣਾ। ਸੂਰਮੇ ਲੜਦੇ ਆ, ਸੂਰਮੇ ਮੈਦਾਨ। ਅੱਜ ਬਿਮਾਰੀ ਮੈਦਾਨੇ ਜੰਗ ਵਿੱਚ ਆ ਗਈ ਹੈ, ਅਸੀਂ ਲੜਨਾ ਇਹਦੇ ਨਾਲ। ਕਾਇਰ ਥੋੜਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਦਾਸ ਕਰ ਰਹੇ ਨੇ ਕਿ ਇਹ ਤਾਂ ਸਾਰੇ ਹੀ ਮੇਰੇ ਦੇ ਉਲਟ ਨੇ, ਸਾਰੀਆਂ ਹੀ ਮੁਸ਼ਕਲਾਂ ਨੇ, ਪਰ ਪ੍ਰਮਾਤਮਾ ਤੂੰ ਮੇਰੇ ਨਾਲ। ਮੈਨੂੰ ਪਤਾ ਮੇਰਾ ਕੋਈ ਨਹੀਂ ਹੋ ਸਕਦਾ। ਇਹ ਮੈਨੂੰ ਮਾਰਨਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਮੇਰੇ ਪਰਿਵਾਰ ਨੂੰ, ਮੇਰੇ ਸਾਥੀਆਂ ਨੂੰ, ਪਰ ਤੇਰੀ ਮਿਹਰ ਹੋਏਗੀ ਤੇ ਮੇਰੇ ਪੰਥ ਚੱਲ ਜਾਣਗੇ। ਆਖੋ ਸਹੀ ਚੱਲੇ ਕਿ ਨਹੀਂ? ਮੁਗਲਾਂ ਨੇ ਖਤਮ ਕਰ ਲਏ। ਅੱਜ ਵੀ ਖੋਟੀ ਸੋਚ ਲੈ ਕੇ ਕੋਈ ਤੁਰਿਆ ਫਿਰੇ ਸਿੱਖਾਂ ਦੇ ਉਲਟ, ਨਹੀਂ ਸਿੱਖਾਂ ਨੂੰ ਖਤਮ ਕਰ ਸਕਦੇ। ਉਹਨਾਂ ਕਿਹਾ ਸੀ ਸਿੱਖਾਂ ਨੂੰ ਨਾਲ ਰੱਖੋ। ਮਹਾਂਪੁਰਖਾਂ ਨੇ ਸੁਨੇਹਾ ਭੇਜਿਆ ਕਲੇਰਾਂ ਵਾਲਿਆਂ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਿ ਸਿੱਖ ਹੀ ਤੁਹਾਡਾ ਭਲਾ ਕਰ ਸਕਦੇ ਆ, ਸਿੱਖ ਹੀ ਤੁਹਾਡਾ ਸਾਥ ਦੇ ਸਕਦੇ ਆ। ਸਿੱਖਾਂ ਨੂੰ ਨਾਲ ਰੱਖੋ, ਸਿੱਖਾਂ ਨੂੰ ਅਹੁਦੇ ਦਿਓ, ਸਿੱਖਾਂ ਨੂੰ ਫੌਜ ਵਿੱਚ ਰੱਖੋ। ਸਿੱਖਾਂ ਵਰਗੀ ਕੋਈ ਮਾਰਸ਼ਲ ਕੌਮ ਨਹੀਂ ਲੜਨ ਮਰਨ ਵਾਲੀ। ਇਹਨਾਂ ਨੂੰ ਅਹੁਦਿਆਂ ਦੇ ਦਿਓ, ਇਹਨਾਂ ਨੂੰ ਅਫਸਰ ਲਾਓ, ਇਹਨਾਂ ਨੂੰ ਕੰਮ ਸੰਭਾਲੋ, ਫਿਰ ਤੁਸੀਂ ਦੇਖਿਓ ਕਿਵੇਂ ਕੰਮ ਚੱਲਦੇ ਤੁਹਾਡੇ ਰਾਜ ਭਾਗ ਦੇ। ਸਿੱਖ ਜਿੱਥੇ ਵੀ ਖੜਦਾ ਏ ਸੱਚੇ ਦਿਲ ਨਾਲ ਸਾਰੇ ਕੰਮ ਕਰਦਾ, ਖੋਟ ਨਹੀਂ ਰੱਖਦਾ। ਇਹ ਰਾਜ ਭਾਗ ਵਾਲੇ ਆਪਣੇ ਪ੍ਰਤੀ ਖੋਟ ਰੱਖਣ, ਉੱਤੋਂ ਮਿੱਠੇ ਰਹਿਣ, ਅੰਦਰੋਂ ਕਿਵੇਂ ਰਹਿਣ, ਬਾਹਰੋਂ ਕਿਵੇਂ ਰਹਿਣ, ਪਰ ਸਾਡਾ ਰੱਬ ਸਾਡੇ ਨਾਲ ਏ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਹਮਰੀ ਕਰੋ ਹਾਥ ਦੇ ਰਛਾ। ਮੇਰੀ ਰੱਖਿਆ ਤੂੰ ਹੱਥ ਦੇ ਕੇ ਕਰਨੀ ਏ। ਆ ਸਮਾਂ ਮਾੜਾ ਹੈ। ਪੂਰਨ ਹੋਏ ਚਿੱਤ ਕੀ ਇੱਛਾ। ਮੇਰੀਆਂ ਜਿਹੜੀਆਂ ਚਿੱਤ ਦੀਆਂ ਇੱਛਾ ਉਹ ਤੂੰ ਪੂਰੀਆਂ ਕਰਨੀਆਂ। ਤੇ ਜੇ ਤੂੰ ਮੇਰੀ ਰੱਖਿਆ ਕਰੇਗਾ, ਮੇਰੀਆਂ ਇੱਛਾ ਪੂਰੀਆਂ ਕਰੇਗਾ, ਤਾਂ ਮੈਂ ਤੇਰਾ ਨਾਮ ਜਪ ਸਕਦਾ, ਤਾਂ ਮੈਂ ਤੇਰੇ ਬਾਣੀ ਪੜ੍ਹ ਸਕਦਾ, ਤੇਰੇ ਦਿੱਤੇ ਹੋਏ ਕੰਮ ਕਰ ਸਕਦਾ। ਤਬ ਚਰਨਨ ਮਨ ਰਹੇ ਹਮਾਰਾ। ਜੇ ਤੂੰ ਮਿਹਰ ਕਰੇਗਾ, ਮੇਰੀ ਰੱਖਿਆ ਕਰੇਗਾ, ਮੇਰੀਆਂ ਇੱਛਾ ਪੂਰੀ ਕਰੇਗਾ, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ। ਤੇਰੇ ਚਰਨਾਂ 'ਚ ਮੈਨੂੰ ਬਿਮਾਰੀਆਂ ਚੰਬੜੀਆਂ ਰਹਿਣ, ਮੈਨੂੰ ਦੁੱਖ ਚੰਬੜੇ ਰਹਿਣ, ਮੇਰੀ ਕੋਈ ਇੱਛਾ ਨਾ ਪੂਰੀ ਹੋਵੇ ਤੇ ਮੈਂ ਕਿੱਥੋਂ ਨਾਮ ਜਪ ਲਾਂਗਾ, ਕਿੱਥੋਂ ਬਾਣੀ ਪੜ੍ਹ ਲਾਂਗਾ। ਤੂੰ ਸੁੱਖ ਦੇਵੇਂ, ਤੂੰ ਕਾਰੋਬਾਰ ਚਲਾਵੇਂ, ਤੇ ਮੈਂ ਜ਼ਰੂਰ ਤੇਰੇ ਗੁਣ ਗਾਵਾਂਗਾ, ਤੇਰਾ ਨਾਮ ਜਪਾਂਗਾ। ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਣ ਕਰੋ ਪ੍ਰਤਪਾਰਾ, ਮੈਨੂੰ ਆਪਦਾ ਸਮਝ ਲਾ। ਹਮਰੇ ਦੁਸ਼ਟ ਸਭੇ ਤੁਮ ਘਾਵੋ। ਸਾਡੇ ਦੁਸ਼ਟਾਂ ਦਾ ਘਾਤ ਤੂੰ ਪਿੱਛੇ ਪਿੱਛੇ ਹੀ ਕਰ ਦੇਣਾ, ਨਹੀਂ ਤਾਂ ਸਾਡੇ ਕੋਲ ਸਾਹਮਣੇ ਆਉਣ ਤੇ ਸਾਡੇ ਵਿੱਚ ਕਿਰਪਾ ਕਰਦੇ, ਅਸੀਂ ਦੁਸ਼ਟਾਂ ਦਾ ਨਾਸ਼ ਕਰੀਏ। ਆਪ ਹੱਥ ਦੇ ਮੋਹ ਬਚਾਵੋ, ਹੱਥ ਦੇ ਕੇ ਬਚਾਵੋ,
ਤੇ ਮੇਰੀ ਬੇਨਤੀ ਹੈ ਕਿ ਮੇਰਾ ਪਰਿਵਾਰ ਸੁਖੀ ਵਸੇ, ਮੇਰੇ ਪਰਿਵਾਰ ਨੂੰ ਕੋਈ ਆਂਚ ਨਾ ਆਵੇ। ਮੇਰਾ ਪਰਿਵਾਰ ਹੈਗਾ ਸੇਵਕ ਮੇਰੇ, ਸਿੱਖ ਮੇਰੇ, ਤੇ ਸਾਰੇ ਪੁੱਤਰ ਜਿੰਨੇ ਪਰਿਵਾਰ ਹੈ ਸਾਰੇ ਵਿੱਚ ਹੀ। ਮੇਰਾ ਪਰਿਵਾਰ ਹੈ ਸਿੱਖਾਂ ਸੇਵਕਾਂ ਦਾ, ਇਹ ਸਾਰਾ ਸੁਖੀ ਬਸੇ। ਪੜ੍ਹ ਲਓ। ਹੱਥ ਜੋੜ ਕਰਾਂ ਹੱਥ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਸਾਰੇ ਜਪੋ। ਹੱਥ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਹੱਥ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਕਰਾਂ ਬੇਨਤੀ, ਆਪਣੇ ਦਾਤਾਰ ਨੂੰ। ਤਤੀ ਕੋਈ ਆਓ ਹਵਾ ਨਾ ਨਾ ਲਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਕਰਾਂ ਸਾਰੇ ਕਰੋ ਬੇਨਤੀ। ਆਪਣੇ ਦਾਤਾਰ ਨੂੰ। ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ, ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਹੱਥ ਜੋੜ ਕਰਾਂ ਬੇਨਤੀ ਆਪਣੇ ਦਾਤਾਰ ਨੂੰ। ਤਤੀ ਕੋਈ ਹਵਾ ਨਾ ਲੱਗੇ ਮੇਰੇ ਪਰਿਵਾਰ ਨੂੰ। ਹੱਥ ਜੋੜ ਕਰਾਂ ਬੇਨਤੀ, ਆਪਣੇ ਗੁਨਾਹ ਦੁੱਖ ਹੈ ਆਪਦੇ ਗੁਰੂਆਂ, ਸੁੱਖ ਹੈ ਆਪਦੇ ਗੁਰੂਆਂ। ਸਤਿਗੁਰੂ ਸਹਾਈ ਹੁੰਦੇ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਕਵਿਓ ਬਾਜ ਬੇਨਤੀ।
ਕਵੀ ਕਹਿੰਦੇ ਆਪਣੇ ਆਪ ਆਵਾਜ਼ ਮੈਂ ਨਾ ਬੋਲ ਕੇ ਬੋਲਣਾ। ਇਹ ਕਵੀ ਬੋਲ ਕੇ ਬੇਨਤੀ ਕਰ ਰਿਹਾ ਪਰਮਾਤਮਾ ਤੇਰੇ ਅੱਗੇ, ਆਪ ਕਵੀ ਬਣ ਕੇ ਕਹਿ ਰਿਹਾ। ਤੇ ਸਾਰੀ ਚੌਪੀ ਚ ਸਾਰੀ ਅਰਦਾਸ, ਇਹ ਅਰਦਾਸ ਆਪਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਦੇ ਦੁੱਖ ਸੁੱਖ ਦੀ ਅਰਦਾਸ ਸੀ। ਮਾਲਕ ਦੇ ਚਰਨਾਂ ਨਾਲ ਜੁੜਨਾ ਹੈ, ਦੁੱਖ ਸੁੱਖ ਦੀ ਬੇਨਤੀ ਕਰਨੀ, ਤੇ ਗੁਰੂ ਸਾਹਿਬ ਜੀ ਸਹਾਈ ਹੁੰਦੇ ਨੇ। ਸਭ ਥਾਵਾਂ ਤੇ ਸਾਰੀਆਂ ਘਟਾਂ ਵਿੱਚ ਸਹਾਈ ਹੁੰਦੇ ਆ, ਸਭ ਥਾਵਾਂ ਤੇ ਰਾਖੀ ਕਰਦੇ ਆ, ਸਭ ਥਾਵਾਂ ਤੇ ਮਿਹਰ ਕਰਦੇ ਆ। ਕਿਤੇ ਵੀ ਗੁਰੂ ਸਾਹਿਬ ਦੀ ਓਟ ਲੈ ਲਈਏ, ਨਾਮ ਲੈ ਲਈਏ ਸੱਚੇ ਮਨ ਨਾਲ। ਇਹ ਵੀ ਨਹੀਂ ਕਿ ਮੌਕੇ ਤੇ ਹੀ ਲਈਏ ਮਤਲਬ ਤੇ ਫਿਰ ਭੁੱਲ ਜਾਈਏ ਕਈ ਮਹੀਨੇ। ਰੋਜ਼ ਹੀ ਉਹਦਾ ਆਸਰਾ ਲਈਏ, ਰੋਜ਼ ਹੀ ਆਪਾਂ ਨੂੰ ਉਹਦੇ ਬਗੈਰ ਸਰਨਾ ਨਹੀਂ। ਉਹਨਾਂ ਨੇ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ। ਤੇਰੇ ਬਿਨਾ ਸਰਨਾ ਨਹੀਂ ਸਾਡਾ ਦਾਤਿਆ, ਤੇਰੇ ਤੋਂ ਬਗੈਰ ਨਹੀਂ ਸਰਨਾ। ਜਾਂ ਕੀ ਸ਼ੋਧ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਵੇ ਸਰੇ, ਨਾਮਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੇ। ਤੂੰ ਵੱਡਿਆਂ ਵੱਡਿਆਂ ਭਗਤਾਂ ਨੂੰ ਤਾਰਿਆ ਏ, ਜਗ ਦੇ ਪਾਪੀਆਂ ਨੂੰ ਵੀ ਤਾਰਿਆ ਏ। ਬੜਿਆਂ ਦੇ ਦਾਤਿਆ ਤੂੰ ਮਿਹਰ ਕੀਤੀ ਏ, ਮੇਰੇ ਗਰੀਬ ਦਾ ਬੇੜਾ ਵੀ ਪਾਰ ਲਾ ਦੇ, ਬੰਨੇ ਲਾ ਦੇ। ਮੇਰੇ ਗਰੀਬ ਦਾ ਬੇੜਾ ਵੀ ਤਾਰ। ਪੜ੍ਹ ਲਓ, ਮੈਂ ਗਰੀਬ ਦਾ ਬੇੜਾ, ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰ ਸੰਗਤਾਂ ਨੂੰ ਤਾਰਨ ਹਾਰਿਆ। ਮੈਂ ਗਰੀਬ ਦਾ ਬੇੜਾ ਪਾਰ ਕਰੀ ਗੁਰੂ ਸੰਗਤਾਂ ਨੂੰ ਤਾਰਨ ਹਾਰਿਆ। ਸਾਰੀ ਸੰਗਤ ਨੂੰ ਬੇਨਤੀ ਕਿ ਬੱਚਿਆਂ ਨੂੰ ਭੇਜੋ ਸਕੂਲ। ਅਸੀਂ ਕੋਈ ਸਕੂਲ ਦੀ ਫੀਸਾਂ ਨਹੀਂ ਰੱਖੀਆਂ, ਐਵੇਂ ਮਾਮੂਲੀ ਜੀ ਸਾਲ ਬਾਅਦ, ਤੇ ਕਿਹਾ ਵੀ ਬੱਚਿਆਂ ਨੂੰ ਘੋੜੇ ਭਜਾਉਣੇ ਵੀ ਸਿਖਾਉਣੇ ਆ, ਤੇ ਤਾਰੀਆਂ ਲਾਉਣੀਆਂ ਵੀ ਸਿਖਾਉਣੀਆਂ ਬੱਚਿਆਂ ਨੂੰ, ਹੋਰ ਕੋਈ ਕੰਮਕਾਰ ਵੀ ਸਕੂਲ 'ਚ ਸਿਖਾ ਦੇਣਾ ਹੈ, ਤੇ ਆਈਲੈਟ ਵੀ ਸਕੂਲ ਦੇ ਵਿੱਚ ਨਾਲ ਹੀ ਕਰਾ ਦੇਣਾ ਹੈ। ਜਿਹੜਾ ਕਿ ਇੱਥੋਂ ਪੜ੍ਹ ਕੇ ਸਿੱਧਾ ਹੀ ਜਹਾਜ਼ ਤੇ ਚੜੇ, ਜਿਹੜੇ ਮਰਜ਼ੀ ਦੇਸ਼ 'ਚ ਜਾ ਕੇ ਉਤਾਰ ਲਵੇ। ਨਾਲ ਹੀ ਪੜ੍ਹਾਈ ਕਰਾ ਦੇਣੀ ਹੈ ਬਾਹਰ ਜਾਣ ਦੀ, 11ਵੀਂ 12ਵੀਂ ਦੇ ਵਿੱਚ। ਨਾਲ ਹੀ ਕੋਈ ਕੰਮਕਾਰ, ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਨਾਲ ਹੀ ਕੀਰਤਨ, ਨਾਲ ਹੀ ਆ ਜਿੰਨੀਆਂ ਦੌੜਾਂ ਦਾੜਾ ਤਰਾਕੀਆਂ ਜੋ ਕੁਝ ਵੀ ਹੈ, ਇਹ ਬੱਚਿਆਂ ਨੂੰ ਸਾਰੇ ਗੁਣ ਨਾਲ ਦੇਣੇ ਆ ਵੀ ਸਕੂਲ ਇਹੋ ਜਿਹਾ ਬਣਾਉਣਾ। ਇਹਦੇ ਤੇ ਲੱਖਾਂ ਰੁਪਈਏ ਲੱਗਦੇ ਆ, ਲੱਖਾਂ ਰੁਪਈਆ ਤਨਖਾਹਾਂ ਨੇ, ਲੱਖਾਂ ਦੇ ਹੁੰਦੇ ਆ ਕਾਰਜ, ਪਰ ਬੋਝ ਨਹੀਂ ਪਾਇਆ, ਕਿਸੇ ਦੇ ਬੋਝ ਨਹੀਂ ਰੱਖਿਆ ਕਿ ਥੋੜਾ ਜਿਹਾ ਖਰਚਾ ਦਿਓ, ਕੋਈ ਫੀਸ ਨਹੀਂ ਸਾਲ ਭਰ। ਪਹਿਲਾਂ ਥੋੜੀ ਜਿਹੀ ਦਰਸ਼ਨੀ ਭੇਟਾ ਜ਼ਰੂਰ ਜਮ੍ਹਾਂ ਕਰਾ ਦਿਓ ਕਿ ਇਹ ਖਾਲੀ ਹੱਥ ਨਹੀਂ ਹੋਣਾ ਚਾਹੀਦਾ। ਕਹਿੰਦੇ ਗੁਰੂ ਹੋਵੇ, ਉਸਤਾਦ ਹੋਵੇ ਤੇ ਰਾਜਾ ਹੋਵੇ, ਇਹਨਾਂ ਕੋਲ ਕੋਈ ਨਾ ਕੋਈ ਭੇਟ ਲਈ ਜਾਓ, ਇਹ ਤੁਹਾਡਾ ਬਹੁਤ ਕਈ ਗੁਣਾ ਵੱਧ ਦੇਣਗੇ। ਰਾਜੇ ਨੂੰ ਭੇਟ ਦਿਓਗੇ, ਤੁਹਾਡੇ ਕਈ ਗੁਣਾ ਕੰਮ ਸਾਰ ਦੇਵੇਗਾ। ਮਹਾਂਪੁਰਖਾਂ ਨੂੰ ਦਿਓਗੇ, ਉਹ ਵੀ ਤੁਹਾਡੇ ਤੇ ਬਖਸ਼ਿਸ਼ ਕਰਨਗੇ, ਤੁਹਾਡੀ ਝੋਲੀ 'ਚ ਫਲ ਪਾਉਣਗੇ।
उन्होंने कहा राजा वैद गुरु ज्योतिषी इनके पास जो जाए खाली हाथ ना जाइए फल दिए फल पाए। कहते खाली हाथ नहीं जाना, इन्हां दे कोल आ बच्चियां दे कंट्रोल रखो, फल दिए फल पाए। ये जरूर कोई ना कोई भेटा प्रसाद दर्शनां नूं चले आ, गुरु घर च चले आ, खाली हाथ नहीं जाना। कोई ना कोई लई जाओ तो ये इथों फल ज्यादा मिलते, ज्यादा किरपा होंदियां ने। ये भाई सारे जग का भला तुसी इहदे च साथ देना है। बच्चों की पढ़ाई दे विच इन्हां दे दिन ना खराब करो, इन्हां दी पढ़ाई ना खराब करो, सब नूं इत्थे रौनक लावो। ना बच्चे नाम जपण खेडणगे, बीमारी नहीं आउंदी। बच्चों के बहुत घट बीमारी का असर होंदा जो भजदे आ, दौड़दे आ, रेस लाउंदे आ। इत्थे कराई जाणगे, सारा पसीना कढ़ के भेजणगे। नाल बच्चे काम करने वाले दे दसो, खेतां 'च आपां सारे काम कीते, मंडियां 'च कीते, किसी दे आई बीमारी नेड़े, काम वाले दे नहीं आउंदी। डरपोक दे ते वेले नूं ये छड्डदी नहीं, ये तां घेर लैंदी ओनूं। डरपोक नूं ते वेलण नूं, ये वेलियां वास्ते बीमारी, ये डरपोकां वास्ते। और दलेर बनो ते पसीना कढो खून शरीर दा, काम कार करो, भजो दौड़ो, नठो कालज करो, शरीर भी सेहत भी अच्छी रहे ते नाम भी जपीए, काम कार भी करिए। ते बच्चियां दे नेड़े बहुत घट चांस बनते आ बीमारी दे, क्योंकि इन्हां दी दौड़ भज बहुत होंदी है। हर वेले इन्हां ने कोई ना कुछ करी जाना। पढ़ो हुण हथ जोड़ करा बेनती अपने दतार, हथ जोड़ करा बेनती अपने दातार नूं, तकी कोई हवा न लगे मेरे परिवार नूं। हथ जोड़ करा बेनती अपने दातार नूं, तती कोई वाह न लगे मेरे परिवार नूं। हथ जोड़ करा बेनती, हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती। गुरु नानक मेरे तो ही तुरिया आउंदा। जदों कोई संसार के दुख आए साडे गुरुआं ने दूर कीते। जे सारे संसार के धर्मी लोग भी दुखी सी, गुरुद्वारियां च, मंदिरां च, मसीतां च, सब थावां ते बाबे नानक ने सारे जग विच ठंड पाई। हरद्वार मंदिरां विच जाके मुसलमानां दे जाके सिक्ख्या दित्ती भी आ तुहाडी बीमारी इहनूं दूर करो। ठंड गुरु नानक साहब ने वरताई, ड्यूटी है, ये समय दे अवतार ने। दुनिया मन्ने ना मन्ने, दुनिया दा काम दुनिया दे नाल है। उन्हां दा भगवान राम नाल भी जंगां कीतियां ने लोकां ने, भगवान कृष्ण दे भी उल्ट रहे ने, बाबे नानक नाल भी बहुत विरुद्ध रहे ने। 10 गुरुआं नाल गुरु गोबिंद सिंह दे सारे ही वैरी बन गए सी। ते सिख कहंदे सी पत्ता पत्ता सिखां दा वैरी है। हर वैरी वैरी ने, बस हुण इको मालक दी आस। ते गुरु गोबिंद सिंह जी ने कहा भाई
ਹੌਸਲਾ ਰੱਖੋ। ਆ ਪੜਿਓ, ਜਿਸ ਨੂੰ ਸਾਜਨ ਰਾਖਸੀ। ਤੁਸੀਂ ਤੁਹਾਡਾ ਪੱਤਾ ਪੱਤਾ ਵੈਰੀ ਹੈ, ਤੁਹਾਡੇ ਚਾਰੇ ਪਾਸੇ ਦੁਸ਼ਮਣ ਨੇ, ਪਰ ਮੇਰਿਓ ਸਿੱਖੋ ਆ ਬਚਨ ਸੁਣ ਲਓ। ਫਿਰ ਗੁਰੂ ਸਾਹਿਬ ਨੇ ਆ ਬਚਨ ਸਿੱਖਾਂ ਨੂੰ ਦਿੱਤਾ ਹੈ ਕਿ ਇਹ ਬਚਨ ਪੱਲੇ ਬੰਨ ਲਵੋ। ਤੁਸੀਂ ਮੁੜ ਤੋਂ ਪੜਿਓ, ਜਿਸ ਨੂੰ ਸਾਜਨ ਰਾਖਸੀ, ਦੁਸ਼ਮਨ ਕਵਨ ਵਿਚਾਰ। ਦੁਨੀਆ 'ਚ ਸੱਜਣ ਤੇ ਦੁਸ਼ਮਣ। ਅਸੀਂ ਸੱਜਣ ਬਣਾਇਆ ਰੱਬ ਨੂੰ, ਪਰਮਾਤਮਾ ਨੂੰ। ਅਕਾਲ ਪੁਰਖ ਨੂੰ ਸੱਜਣ ਬਣਾਇਆ, ਦੁਨੀਆਦਾਰੀ ਕਿਸੇ ਦੁਨੀਆ ਦੇ ਤਾਂ ਦੁਸ਼ਮਣ ਹੀ ਹੈ ਸਾਰੇ। ਕਹਿੰਦੇ ਪਰ ਗੱਲ ਰੱਖੋ ਯਾਦ, ਜਿਹਨੂੰ ਸੱਜਣ ਰੱਖੇਗਾ ਉਹਨੂੰ ਦੁਸ਼ਮਣ ਵਿਚਾਰਾ ਕੀ ਹੈ ਉਹਦੇ ਅੱਗੇ। ਇਹਦੇ ਅੱਗੇ ਸਾਰਾ ਸੰਸਾਰ ਦੀ ਕੋਈ ਚੀਜ਼, ਇਹਦੇ ਅੱਗੇ ਇਹੋ ਜਿਹੀਆਂ ਹੋਰ 100 ਦੁਨੀਆ ਆ ਜਾਣ, ਕਰੋੜਾਂ ਆ ਜਾਣ, ਏਡੇ ਏਡੇ ਬ੍ਰਹਿਮੰਡ ਦੇ ਲੋਕ, ਪਰ ਫਿਰ ਵੀ ਸਾਡੇ ਰੱਬ ਜੀ, ਸਾਡੇ ਸੱਜਣ ਦੇ ਅੱਗੇ ਇਹ ਵਿਚਾਰੇ ਕੀ ਚੀਜ਼ ਨੇ। ਜਿਹਨੂੰ ਸੱਜਣ ਰੱਖੇਗਾ ਦੁਸ਼ਮਣ ਵਿਚਾਰੇ ਕੀ ਚੀਜ਼ ਨੇ। ਇਹ ਗੁਰੂ ਸਾਹਿਬ ਕਹਿੰਦੇ ਆ ਸਿੱਖੋ, ਜਿਹਨੂੰ ਸੱਜਣ ਰੱਖੇਗਾ ਦੁਸ਼ਮਣ ਕੋਈ ਚੀਜ਼ ਨਹੀਂ। ਸਵੈ ਨ ਸਕੈ ਤਹਿ ਛਾਹੇ ਕੋ, ਨੇ ਫਲ ਜਾਏ ਗਵਾਰ। ਕਹਿੰਦੇ ਜਿਹਨੂੰ ਰੱਬ ਰੱਖੇਗਾ, ਹੋ ਜਿਹਨੂੰ ਰਾਮ ਰੱਖੇਗਾ, ਉਹਦੀ ਸ਼ਾਨ ਨੂੰ ਹੱਥ ਲਾ ਕੇ ਦਿਖਾ ਦੇ। ਸਵੈ ਨ ਸਕੇ ਤੇ ਛਾਹੇ ਕੋ, ਕਹਿੰਦੇ ਛੋ ਨਹੀਂ ਸਕਦੇ ਉਹਦੇ ਪਰਛਾਵੇਂ ਨੂੰ, ਤੇ ਨੇਫਲ ਜਾਣ ਕੇ ਗੁਆਰ ਮੂਰਖ, ਇਹਨਾਂ ਨੂੰ ਕੋਈ ਫਲ ਨਹੀਂ ਮਿਲਣਾ। ਐਵੇਂ ਧੱਕੇ ਖਾਂਦੇ ਮਰ ਜਾਣਗੇ ਜਿਹੜੇ ਭਲਿਆ ਪੁਰਸ਼ਾਂ ਨਾਲ ਦੁਸ਼ਮਣੀਆਂ ਕਰਦੇ ਆ, ਰੱਬ ਦੇ ਬੰਦਿਆਂ ਨਾਲ ਕਰਦੇ ਆ। ਕਹਿੰਦੇ ਰੱਬ ਤੇ ਭਰੋਸਾ ਰੱਖੋ, ਇਹ ਨਹੀਂ ਤੁਹਾਡੇ ਪਰਛਾਵੇਂ ਨੂੰ ਹੱਥ ਨਹੀਂ ਲਾ ਸਕਣਗੇ, ਐਵੇਂ ਹੀ ਨੇਫਲ ਜਾਣਗੇ ਮੂਰਖ। ਅੱਗੇ ਜੋ ਸਾਧੂ ਸਰਨੀ ਪਰੇ, ਤਿਨਕੇ ਕਵਨ ਵਿਚਾਰ। ਜਿਹੜੇ ਤਾਂ ਮਹਾਂਪੁਰਸ਼ਾਂ ਨਾਲ ਜੁੜ ਗਏ ਆ, ਇਹ ਤਾਂ ਗੱਲਾਂ ਕਰਦੇ ਆ ਕਿ ਕਮੇਟੀਆਂ ਵਾਲੇ, ਕੋਈ ਹੋਰ ਗੁਰਦੁਆਰਿਆਂ ਵਿੱਚ ਗਿਆਨੀ ਭਾਈ ਬੈਠੇ ਆ, ਬਾਬਿਆਂ ਕੋਲ ਨਾ ਜਾਓ, ਡੇਰਿਆਂ ਕੋਲ ਨਾ ਜਾਓ। ਤੁਹਾਡੇ ਕੋਲ ਹੈ ਕੀ ਹੈ? ਤੁਹਾਡੇ ਕੋਲ ਦਾਲ ਫੁਲਕਾ ਹੀ ਹੈ ਨਾ। ਮਹਾਂਪੁਰਖ ਤਾਂ ਸਾਰੇ ਪਰਉਪਕਾਰ ਕਰ ਰਹੇ ਨੇ। ਸਾਧੂਆਂ ਨੇ ਤਾਂ ਲੰਗਰ ਲਾਏ, ਸਾਧੂਆਂ ਨੇ ਗੁਰਦੁਆਰੇ ਬਣਾਏ, ਸਾਧੂਆਂ ਨੇ ਅੰਮ੍ਰਿਤ ਛਕਾਏ, ਸਾਧੂਆਂ ਨੇ ਦੀਵਾਨ ਲਾਏ। ਤੁਹਾਡੇ ਕੋਲ ਕੀ ਹੈ? ਬੈਠੇ ਗੁਰਦੁਆਰਿਆਂ ਵਿੱਚ, ਕਮੇਟੀਆਂ ਦੇ ਵਿੱਚ, ਸ਼ਹਿਰਾਂ ਵਿੱਚ ਬੋਲੀ ਜਾਂਦੇ ਆ, ਭੰਡੀ ਪ੍ਰਚਾਰ ਕਰੀ ਜਾਂਦੇ ਮਹਾਂਪੁਰਸ਼ਾਂ ਦੇ, ਸੰਤਾਂ ਦੇ, ਕੀਰਤਨੀ ਜਥਿਆਂ ਦੇ, ਗੁਰਮੁਖਾਂ ਦੇ ਉਲਟ। ਇਹਨਾਂ ਡੇਰਿਆਂ 'ਚ ਨਾ, ਬਾਬਿਆਂ ਕੋਲ ਨਾ ਜਾਓ। ਤੁਹਾਡੇ ਕੋਲ ਆਉਣ ਤੇ ਤੁਹਾਨੂੰ ਮਾਇਆ ਦੇ ਕੇ ਚਲੇ ਜਾਣ ਬਸ, ਤੇ ਤੁਸੀਂ ਐਵੇਂ ਪੁੱਤ ਦੇਈ ਜਾਓ ਸਾਰਿਆਂ ਨੂੰ। ਇਹ ਜਿਹੜੀ ਗੁਰੂ ਸਾਹਿਬ ਕਹਿੰਦੇ ਜਿਹੜੇ ਜਿਹੜੇ ਸਾਧੂਆਂ ਦੇ ਨਾਲ ਜੁੜ ਗਏ, ਜੋ ਪੜੋ ਫਿਰ ਪੜ੍ਹਿਓ ਪੰਕਤੀ ਗੁਰੂ ਗੋਬਿੰਦ ਸਿੰਘ ਦੀ, ਇਹ ਕਿਸੇ ਗਿਆਨੀ ਦੀ ਨਹੀਂ, ਇਹ ਤਾਂ ਸਾਰੇ ਪੁੱਠਾ ਬੋਲਦੇ ਆ। ਜੋ ਸਾਧੂ ਸਰਨੀ ਪਰੇ, ਤਿਨਕੇ ਕਵਨ ਵਿਚਾਰ। ਕਹਿੰਦੇ ਜਿਹੜੇ ਤਾਂ ਮਹਾਂਪੁਰਸ਼ਾਂ ਨਾਲ ਜੁੜ ਗਿਆ ਉਹਨਾਂ ਦੀ ਤਾਂ ਗੱਲ ਹੀ ਕਾਹਦੀ ਹੈ। ਆਖੋ ਉਹਦਾ ਤਰਕ ਹੈ। ਜਿਹੜੇ ਜਿਹੜੇ ਸਾਧੂਆਂ ਨਾਲ, ਨਾਮ ਜਪਣ ਵਾਲਿਆਂ ਨਾਲ, ਸੇਵਾ ਕਰਨ ਵਾਲਿਆਂ ਨਾਲ, ਪਰਉਪਕਾਰ ਕਰਨ ਵਾਲਿਆਂ ਨਾਲ, ਲੰਗਰ ਲਾਉਣ ਵਾਲਿਆਂ ਨਾਲ, ਬਿਲਡਿੰਗ ਬਣਾਉਣ ਵਾਲਿਆਂ ਨਾਲ, ਦੀਵਾਨ ਲਾਉਣ ਵਾਲਿਆਂ ਨਾਲ, ਜਿਹੜੇ ਸਾਧੂਆਂ ਨਾਲ ਜੁੜ ਗਿਆ ਉਹਨਾਂ ਦੀਆਂ ਕਿਆ ਬਾਤਾਂ ਨੇ, ਉਹਨਾਂ ਦੀ ਕੌਣ ਵਿਚਾਰ। ਜਿਹੜੇ ਮਹਾਂਪੁਰਸ਼ਾਂ ਦੀ ਸੰਗਤ ਨਾਲ ਜੁੜੇ ਆ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਉਹਨਾਂ ਨੂੰ ਤਾਂ ਫਿਰ ਸਾਧੂ ਬੇੜੇ ਪਾਰ ਲਾਉਣਗੇ, ਸਾਧੂ ਰੱਖਣਗੇ, ਸਾਧੂ ਉਹਨਾਂ ਦੇ ਹਰ ਕਾਰਜ ਵਿੱਚ ਸਹਾਈ ਹੋਣਗੇ। ਰੱਬ ਦੇ ਬੰਦੇ ਆ, ਰੱਬ ਇਹਨਾਂ ਦੇ ਨਾਲ ਏ, ਪਰਮੇਸ਼ਰ ਨਾਲ ਏ। ਇਹ ਇਕੱਲੇ ਨਹੀਂ ਗਏ, ਇਕੱਲੇ ਨਹੀਂ ਗਏ। ਇਹ ਮਤ ਸਮਝਣਾ ਕਿ ਬਾਬਾ ਇਕੱਲਾ ਹੀ ਬੈਠਾ ਝੌਂਪੜੀ ਪਾ ਕੇ। ਕਹਿੰਦੇ ਸਾਧੂ ਨੂੰ ਇਕੱਲਾ ਨਾ ਸਮਝਿਆ ਜੇ, ਸਾਧੂ ਦੇ ਨਾਲ ਬੜੀਆਂ ਸ਼ਕਤੀਆਂ ਨੇ। ਸਾਧੂ ਜੋ ਚਾਹੇ ਕਰ ਸਕਦਾ ਹੈ। ਇੱਕ ਰਾਜਾ ਹੋਇਆ ਸੱਗੜ ਕਰਕੇ। ਇਹ ਭਾਗਵਤ ਪੁਰਾਣ ਦੀ ਪਹਿਲੀ ਕਥਾ ਹੈ। ਉਹਨਾਂ ਨੇ ਜਿਹਨੂੰ ਮਿਲੀਆਂ ਮਹਾਂਪੁਰਸ਼ਾਂ ਤੋਂ ਦਾਤਾਂ ਮਿਲੀਆਂ, ਜਿਹਨੂੰ ਵੀ ਮਿਲੀਆਂ। ਰੱਬ ਅਵਤਾਰ, ਗੁਰੂ ਅਵਤਾਰ ਆਏ ਤੇ ਮਹਾਂਪੁਰਖਾਂ ਦੀਆਂ ਕਿਰਪਾ ਸਾਧੂਆਂ ਦੀਆਂ ਹੋਈਆਂ ਨੇ। ਜਿਹੜੇ ਪਰਿਵਾਰਾਂ ਦੇ, ਉਹਨਾਂ ਦੇ ਘਰ ਫਿਰ ਜੋਤ ਪ੍ਰਗਟ ਹੋਈ।
ਉਹ ਬੜਾ ਸ਼ਕਤੀਸ਼ਾਲੀ ਬਣ ਗਿਆ ਸੀ, ਮਹਾਂਪੁਰਸ਼ਾਂ ਤੋਂ ਵਰ ਲੈ ਕੇ। ਰਾਜਾ ਸੱਗੜ ਸਾਧੂਆਂ ਤੋਂ ਵਰ ਲੈ ਕੇ ਨਾ ਬਹੁਤ ਸ਼ਕਤੀ ਵਾਲਾ ਬਣ ਗਿਆ, ਬੜੀ ਸ਼ਕਤੀ ਆ ਗਿਆ। ਇੱਕ ਸਾਧੂ ਸੀ ਜਿਹੜੇ ਨਾਮ ਜਪਦੇ ਸੀ ਸਵੇਰੇ ਸ਼ਾਮ, ਜਿਨ੍ਹਾਂ ਦੇ ਨਾਲ ਰੱਬ ਲੈਂਦਾ ਹੈ। ਰਾਜਾ ਤੇ ਰਾਣੀ ਉਹਨਾਂ ਦੀ ਸੇਵਾ ਕਰਦੇ ਸੀ। ਘਰ ਵਿੱਚ ਔਲਾਦ ਨਹੀਂ ਸੀ ਕਿ ਸਾਡਾ ਰਾਜ ਭਾਗ ਐਵੇਂ ਜਾ ਰਿਹਾ ਹੈ। ਰਾਜ ਭਾਗ ਬਹੁਤ ਵੱਡਾ ਹੈ, ਫੌਜਾਂ ਬਹੁਤ ਨੇ, ਪਰ ਘਰ ਵਿੱਚ ਔਲਾਦ ਨਹੀਂ। ਰਾਜਾ ਤੇ ਰਾਣੀ ਪੂਰੇ ਡਟ ਕੇ ਸੰਤਾਂ ਦੀ ਸੇਵਾ ਵਿੱਚ ਕਿ ਸੰਤ ਹੀ ਕਿਰਪਾ ਕਰਨਗੇ, ਇਸ ਕੁੱਲ ਨੂੰ ਸੰਤ ਵਸਾਉਣਗੇ। ਕੁੱਲਾ ਹਰੀਆਂ ਕਰਦੇ ਨੇ, ਬੇੜੇ ਤਾਰਦੇ ਆ ਮਹਾਂਪੁਰਖ, ਰੰਗ ਭਾਗ ਲਾਉਂਦੇ ਆ ਸੰਸਾਰ 'ਚ। ਡਿਊਟੀ ਰੱਬ ਨੇ ਲਾਈ ਏ। ਤੇ ਸਾਧੂ ਵੀ ਬੜੇ ਨਾਮ ਜਪਣ ਵਾਲੇ ਸੀ। ਇੱਕ ਦਿਨ ਪ੍ਰਸੰਨ ਹੋਏ, ਕਹਿਣ ਲੱਗੇ ਰਾਜਾ ਮੰਗ ਕੀ ਮੰਗਦਾ? ਕਹਿਣ ਲੱਗਾ ਜੀ ਘਰ ਔਲਾਦ ਨਹੀਂ, ਪੁੱਤਰ ਨਹੀਂ ਹੈਗਾ, ਤੇ ਕਿਰਪਾ ਕਰ ਦਿਓ, ਤੁਸੀਂ ਮਿਹਰ ਕਰ ਦਿਓ, ਕਾਗਜ਼ ਤੇ ਲਿਖ ਦਿਓ। ਸੰਤਾਂ ਨੇ ਇੱਕ ਪਾਇਆ ਕਿ ਨਾ ਮਹਾਰਾਜ ਇੱਕ ਕੋਈ ਚੀਜ਼ ਥੋੜਾ, 2 3 4 5 6 ਪਾਤਾ ਵੀ 6 ਪੁੱਤ ਦਿੱਤੇ ਰਾਜਾ। ਰਾਜਾ ਦਾ ਖੁਸ਼ ਹੋਇਆ। ਫਿਰ ਸੰਤਾਂ ਨੇ ਕਿਹਾ 10 ਭਾਈ ਅੱਜ ਅਸੀਂ ਪੂਰੇ ਖੁਸ਼ ਹਾਂ, ਜਿਵੇਂ ਮੰਗਣਾ ਹੀ ਮੰਗ ਲਾ, ਜਿੰਨੇ ਪੁੱਤ ਤੈਨੂੰ ਚਾਹੀਦੇ ਲੈ ਲੈ। 6 ਪਾਇਆ, ਕਹਿੰਦਾ ਜੀ ਕੀ ਕਿ ਦੁੱਕੇ ਛਿੱਕੇ ਜੇ ਪਾ ਰਹੇ ਜੇ, ਕਲਮ ਤੁਹਾਡੇ ਹੱਥੇ, ਤੁਸੀਂ ਵਾਹੁਣੀ ਹੈ, ਰੱਬ ਨੇ ਪੂਰੀ ਕਰ ਦੇਣੀ। ਜਾਂ ਕਾ ਕਹਿਆ ਦਰਗਾਹ ਚੱਲੇ, ਜਿੰਦੀ ਜਿਸ ਕੀ ਮਾਣ ਲੈ ਸੁਖਦਾਤਾ, ਜਿੰਦਗੀ ਰੱਬ ਮੰਨਦਾ ਹੋਵੇ ਉਹਨੇ ਜੋ ਕਹਿਣਾ ਹੈ, ਜੋ ਜੋ ਚਿਤਵੇ ਸਾਜ ਜਨ ਸੋ ਲੇਤਾ ਮਾਣ। ਸੰਤਾਂ ਦੇ ਅੰਦਰ ਗੱਲ ਆਉਂਦੀ ਹੈ ਤੇ ਰੱਬ ਮੰਨ ਲੈਂਦਾ ਹੈ। ਕਹਿੰਦਾ ਜੀ 0 ਲਾਓ ਨਾਲ। ਸੰਤਾਂ ਨੇ ਲਾ ਕੇ 60 ਲੈ ਲਾ ਭਾਈ, ਤੂੰ 0 ਲਾ ਦਿੰਦੇ। ਕਹਿੰਦਾ ਮਹਾਰਾਜ ਵੀ ਮੈਂ ਆਪਦੇ ਕੋਲੋਂ 0 ਲਵਾਈ ਤੇ ਤੁਸੀਂ ਤਾਂ ਨਹੀਂ ਲਾਈ ਖੁਸ਼ੀ ਨਾਲ, ਇੱਕ 0 ਤੁਸੀਂ ਵੀ ਲਾਓ। ਸੰਤਾਂ ਨੇ ਇੱਕ 0 ਹੋਰ ਪਾ ਦੀ, ਲਾ ਵੀ 600 ਲੈ ਜਾ ਪੁੱਤਰ। ਆਖੋ ਸੀ ਰਾਜਾ ਹੁਣ 600 ਪੁੱਤਰ ਲੈ ਕੇ ਨਾ ਤੇ ਸੰਤਾਂ ਦੀ ਲਿਖਤ ਘਰੇ ਚੜਾ ਗਿਆ। ਰਾਣੀ ਨੂੰ ਦੱਸਿਆ ਵੀ ਅੱਜ ਸੰਤ ਬੜੇ ਦਿਆਲ ਸੀ। ਮੈਂ ਕਿਹਾ ਹੁਣ ਫਿਰ ਜੇ ਦਿਆਲ ਨੇ ਤੇ ਫਿਰ ਇੱਕ ਵਾਰੀ ਕਸਰਾ ਕੱਢ ਹੀ ਲਈ। ਉਹਨਾਂ ਨੇ 1 2 3 4 5 6 ਪਾਇਆ। ਮੈਂ ਸਿਰ ਫੇਰਤਾ ਕਿ ਮਹਾਰਾਜ ਜੀ ਦਿਆਲ ਹੋਏ ਜੇ, ਹੁਣ ਫਿਰ ਬੇੜੇ ਤਾਰ ਦਿਓ, ਮੇਰੇ ਸਾਰੇ ਲੇਖੇ ਪਾੜ ਦਿਓ। ਤੁਹਾਡੀ ਦਿਆਲਤਾ ਦੀ ਲੋੜ ਏ, ਪ੍ਰਸੰਨਤਾ ਦੀ ਲੋੜ ਏ। ਕਹਿੰਦੇ ਰੱਬ ਦੇ ਬੰਦੇ ਸਾਧੂ ਗੁਰਸਿੱਖ ਨਾਮ ਜਪਣ ਵਾਲੇ ਪ੍ਰਸੰਨ ਰਹਿਣ ਤੇ ਸਮਝ ਲਿਓ ਰੱਬ ਸਾਡੇ ਤੇ ਪ੍ਰਸੰਨ। ਰੱਬ ਦੀ ਪ੍ਰਸੰਨਤਾ ਵੇਖਣੀ ਹੈ ਨਾ। ਤੇ ਜੇ ਰੱਬ ਦੇ ਨਾਮ ਜਪਣ ਵਾਲੇ ਬੰਦੇ, ਨਾਮ ਜਪਣ ਵਾਲੇ ਸਾਧੂ ਸੰਤ ਮਹਾਂਪੁਰਖ ਗੁਰਸਿੱਖ ਤੁਹਾਡੇ ਤੇ ਖੁਸ਼ ਨੇ ਤੇ ਸਮਝਿਓ ਰੱਬ ਖੁਸ਼ ਹੈ। ਇਹ ਰੱਬ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੈ। ਰੱਬ ਤੁੱਠੇ ਦੀ ਇਹ ਨਿਸ਼ਾਨੀ। ਕਹਿੰਦੇ ਰੱਬ ਤੁੱਠੇ ਦੀ ਇਹੋ ਹੀ ਨਿਸ਼ਾਨੀ ਹੈ ਕਿ ਸੰਤ ਮਹਾਂਪੁਰਸ਼ ਪ੍ਰਸੰਨ ਨੇ ਤੇ ਸੰਗਤ ਵਿੱਚ ਸਮਾਂ ਬੀਤ ਰਿਹਾ ਹੈ, ਨਾਮ ਜਪ ਕੇ ਸੇਵਾ ਕਰਕੇ। ਰਾਣੀ ਨੂੰ ਬੜੀ ਚੋਟ ਵੱਜੀ ਕਿ ਮੈਂ ਰਾਜੇ ਤੋਂ ਵੱਧ ਸੇਵਾ ਕਰਦੀ ਰਹੀ ਹਾਂ ਤੇ ਪੁੱਤਰ ਕੱਲੇ ਰਾਜੇ ਨੂੰ ਦੇਤੇ ਸੰਤਾਂ ਨੇ, ਤੇ ਮੈਨੂੰ ਸੱਦਿਆ ਵੀ ਨਹੀਂ। ਮੈਂ ਵੀ ਆਪਦੀਆਂ ਇੱਛਾ ਰੱਖਦੀ, ਇੰਨੇ ਚਿਰ ਬਾਅਦ ਸੇਵਾ ਕਰਦਿਆਂ ਕਰਦਿਆਂ ਦਿਆਲ ਹੋਏ ਨੇ ਤੇ ਮੈਂ ਤਾਂ ਪਾਸੇ ਹੀ ਰਹਿ ਗਈ। ਰਾਜੇ ਤੋਂ ਉਹਨੇ ਫੜ ਲਈ ਵੀ ਆ ਮੈਨੂੰ ਫੜਾ, ਜਿਹੜੀ ਲਿਖ ਕੇ ਦਿੱਤਾ ਸੰਤਾਂ ਨੇ। ਉਹ ਕਾਗਜ਼ ਲੈ ਕੇ ਫਿਰ ਸੰਤਾਂ ਕੋਲ ਆ ਗਈ। ਕਹਿੰਦੀ ਮਹਾਰਾਜ ਦੱਸੋ, ਮੈਂ ਸੇਵਾ 'ਚ ਪਿੱਛੇ ਰਹੀ ਹਾਂ, ਤੁਹਾਡੀ ਹਰ ਸੇਵਾ 'ਚ ਤਨ ਮਨ ਨਾਲ ਹਾਜ਼ਰ ਰਹੀ ਹਾਂ, ਤੇ ਪੁੱਤਰ ਤੁਸੀਂ ਇਕੱਲੇ ਰਾਜੇ ਨੂੰ ਦੇਤੇ ਆ। ਤੁਸੀਂ ਰਾਜੇ ਨੂੰ 2 ਬਿੰਦੀਆਂ ਲਾ ਕੇ ਦਿੱਤੀਆਂ ਨਾ 6 ਦੇ ਨਾਲ, ਤੇ ਮੈਨੂੰ ਵੀ 2 ਲਾ ਕੇ ਦਿਓ।
ਮੈਨੂੰ ਵੀ 2 ਲਾ ਕੇ ਦਿਓ। ਸੰਤਾਂ ਨੇ ਕਿਹਾ ਲਿਆ, ਕੋਈ ਨਹੀਂ ਅਸੀਂ ਤਾਂ ਕਲਮੀ ਵਾਹੁਣੀ ਏ। ਸੰਤਾਂ ਨੇ 60,000 ਕਰਤਾ। 600 ਤੋਂ 6,000, 6,000 ਤੋਂ 60,000 ਸਿੱਧਾ। ਹੁਣ ਰਾਜਾ ਤੇ ਰਾਣੀ ਬੈਠੇ ਆ, ਰਾਜੇ ਨੇ ਵੀ ਆਪਦੀ ਪੂਰੀ ਕਰ ਲਈ, ਰਾਣੀ ਨੇ ਵੀ ਪੂਰੀ ਕਰ ਲਈ, ਤੇ ਸੋਚੀ ਪੈ ਗਈ ਕਿ 60,000 ਜੰਮੇਗਾ ਕਿਵੇਂ। ਰਾਣੀ ਨੇ ਮੰਗ ਤਾਂ ਲਿਆ, ਹੁਣ ਸੋਚਦੀ 60,000 ਜੰਮੇਗਾ ਕਿਵੇਂ। ਪਹਿਲੋਂ ਮੰਗੀ ਗਈ, ਪਤਾ ਨਹੀਂ ਰਾਜਾ ਕਿੰਨੇ ਕੋ ਵਿਆਹ ਕਰਾਏਗਾ ਕਿਤੇ, ਮੈਂ ਹੁਣ 60,000 ਮੰਗਿਆ ਹੈ। ਤੇ ਮਹਾਰਾਜ ਵੀ ਇਹ ਬੜੀ ਚਿੰਤਾ ਲੱਗ ਗਈ ਹੈ ਕਿ 60,000 ਬੱਚਾ ਹੋਏਗਾ ਕਿਵੇਂ। ਸੰਤ ਕਹਿੰਦੇ ਭਾਈ ਜੇ ਲਿਖ ਸਕਦੇ ਆ ਤੇ ਬੱਚੇ ਬਣਾ ਕੇ ਵੀ ਤੁਹਾਨੂੰ ਦੇ ਸਕਦੇ ਆ। ਆਖੋ ਸ੍ਰੀ ਵਾਹਿਗੁਰੂ। ਸੰਤਾਂ ਨੇ ਕੋਲ ਕਰਮੰਡਲ ਪਿਆ ਸੀ, ਅੱਗੇ ਰੱਖ ਲਿਆ, ਵਿੱਚ ਆਪਦਾ ਜਲ ਪਾਣੀ ਕੋਈ ਚੀਜ਼ ਰੱਖਦੇ ਸੀ। ਸੰਤਾਂ ਦਾ ਖਜ਼ਾਨਾ ਹੁੰਦਾ, ਸੰਤਾਂ ਦਾ ਬਟ ਜੇਬ ਵਾਲਾ ਖਜ਼ਾਨਾ ਕਹਿੰਦੇ ਹੁੰਦੇ ਆ, ਗਲ ਵਾਲੇ ਨੂੰ ਇੱਕ ਕਿਰਪਾਨ ਕਹਿੰਦੇ। ਮਹਾਂਪੁਰਖਾਂ ਦਾ ਖਜ਼ਾਨਾ ਹੁੰਦਾ ਹੈ। ਸਾਡੇ ਪੁੱਛਵਾਲੇ ਮਹਾਰਾਜ ਨੇ ਇੱਕ ਘੜਾ ਜਿਹਾ ਰੱਖ ਦਿੱਤਾ ਸੀ, ਵਿੱਚ ਕੋਈ ਲੀਰ ਕੋਈ ਟੁਕੜਾ ਸਿੱਟੀ ਜਾਣਾ, ਤੇ ਜਿਹਨੇ ਸੇਵਾਦਾਰ ਨੇ ਮਾਇਆ ਮੰਗਣੀ ਕੱਢ ਕੇ ਹੀ ਦੇਈ ਜਾਣੀ। ਕੋਈ ਲੋੜਵੰਦ ਆ ਗਿਆ ਹੈ ਉਹਨੂੰ ਵੀ ਦੇ ਦੇਣੀ। ਮਹਾਂਪੁਰਸ਼ਾਂ ਦੀ ਸੰਤ ਜਣਾ ਗੁਰੂ ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਸਾਧੂਆਂ ਦੀ ਗੱਲ ਤੇ ਭਾਈ ਮਸਤ ਹੋ ਜਾਓ। ਸਾਧੂਆਂ ਦੀ ਕਥਾ ਹੀ ਅਚਰਜ ਕਰਨ ਵਾਲੀ। ਇਹ ਕਿਵੇਂ ਹੋ ਸਕਦਾ? ਜਿਹੜੇ ਨੁਕਤਾ ਚੀਨੀ ਵਾਲੇ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ, ਬਾਬਿਆਂ ਨੇ ਐਵੇਂ ਕਿਵੇਂ ਕਹਤਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹਨਾਂ ਦੀ ਕਥਾ ਹੀ ਅਚਰਜ ਹੈ। ਅਚਰਜ ਹੋ ਜਾਂਦਾ ਬੰਦਾ, ਸਾਧ ਜਨਾ ਕੀ ਅਚਰਜ ਕਥਾ ਸੁਣ ਮੀਤਾ। ਨਾਨਕ ਬਿਨਵੰਤਾ ਕਹਿੰਦੇ ਬੇਨਤੀ ਕਰਦਾ ਮੈਂ ਕਿ ਮਹਾਂਪੁਰਸ਼ਾਂ ਦੀ ਕਥਾ ਅਚਰਜ ਕਰਨ ਵਾਲੀ ਹੈ। ਅਚਰਜ ਨਾ ਪਹਿਲੋਂ 60,000 ਲਿਖਦਾ, ਫਿਰ ਕਰਮੰਡਲ ਅੱਗੇ ਰੱਖ ਕੇ ਕਹਿੰਦੇ ਵੀ ਨਿਕਲੋ ਬਾਹਰ। ਨਿੱਕੇ ਨਿੱਕੇ ਬੰਦੇ ਨਾ ਕੀੜਿਆਂ ਜਿੱਡੇ ਨਿਕਲਣੇ ਸ਼ੁਰੂ ਹੋ ਗਏ, ਭੌਣ ਹੀ ਭੌਣ ਲੱਗ ਗਏ। ਸ਼ਕਲ ਬੰਦਿਆਂ ਦੀ ਏ ਪਰ ਹੈ ਨਿੱਕੇ ਨਿੱਕੇ ਆ, ਤੇ ਚਾਰੇ ਪਾਸੇ ਕੀੜਿਆਂ ਦੀਆਂ ਲੈਣਾ ਲੱਗੀਆਂ ਕਰਕੇ ਮਹਾਰਾਜ ਕੀ ਦਿੱਤਾ ਜੀ? ਆ ਕੀੜੇ ਮਕੌੜੇ ਜੇ ਦੇ ਦਿੱਤੇ ਜੇ 60,000, ਇਹ ਕੀ ਕਰਾਂਗੇ? ਕਹਿੰਦੇ ਭਾਈ ਜੇ ਅਸੀਂ ਇਹ ਦਿੱਤੇ ਅਸੀਂ ਵੱਡੇ ਵੀ ਕਰ ਸਕਦੇ। ਰੱਬ ਪਰਮਾਤਮਾ ਖੜਾ ਨਾਲ। ਕਹਿੰਦੇ ਸੰਤਾਂ ਨੇ ਪਹਿਲੋਂ ਕਿਹਾ ਵੀ 60,000, ਫਿਰ ਸੰਤਾਂ ਨੇ ਕਿਹਾ ਨਿਕਲੋ ਬਾਹਰ, ਕੀੜੇ ਮਕੌੜੇ ਜੇ ਨਿਕਲ ਆਏ 60,000। ਧਰਤੀ ਸਾਰੇ ਰੰਗੀ ਗਈ। ਸੰਤ ਕਹਿਣ ਲੱਗੇ ਜਵਾਨ ਹੋ ਜਾਓ, ਤਿਆਰ ਬਰ ਤਿਆਰ, ਹਥਿਆਰ ਬੰਦ। 60,000 ਦੇ ਜਵਾਨ ਯੋਧੇ ਤਿਆਰ ਖੜੇ ਹੋ ਗਏ। ਕਹਿੰਦੇ ਹੁਣ ਠੀਕ ਹੈ। ਰਾਜਾ ਕਹਿੰਦਾ ਜੀ ਬੜੀ ਕਿਰਪਾ ਹੋਈ। ਕਹਿੰਦੇ ਪਰ ਰਾਜਾ ਤੂੰ ਇਹ ਐਡੀ ਵੱਡੀ ਦਾਤ ਲੈ ਲਈ, ਅੱਜ ਪ੍ਰਸੰਨਤਾ ਵਿੱਚ ਤੈਨੂੰ ਮਿਲ ਗਈ ਹੈ, ਪਰ ਚੇਤੇ ਰੱਖੀ ਮਹਾਂਪੁਰਸ਼ਾਂ ਦੇ ਅੱਗੇ ਨਿਮ ਕੇ ਰਵੀ, ਸਾਧੂਆਂ ਦੇ ਅੱਗੇ ਇਹਨਾਂ ਫੌਜਾਂ ਦਾ ਝੂਠਾ ਮਾਣ ਨਾ ਕਰੀ। ਤੇਰੇ ਕੋਲ ਰਾਜਾ ਫੌਜਾਂ ਵੀ ਬਹੁਤ ਨੇ, ਤੇਰੇ ਪੁੱਤਰ ਵੀ ਫੌਜਦਾਰ ਜਵਾਨ ਯੋਧੇ ਮਿਲ ਗਏ ਆ, ਕਿਤੇ ਹੰਕਾਰੀ ਨਾ ਹੋ ਜਾਈ। ਇਸ ਤੋਂ ਬਾਅਦ ਤੈਨੂੰ ਹੰਕਾਰ ਨੇ ਘੇਰਨਾ ਹੀ। ਜਦੋਂ ਰੱਬ ਦੀਆਂ ਦਾਤਾਂ ਮਿਲਦੀਆਂ, ਸੁੱਖ ਮਿਲਦੇ ਆ, ਪਦਾਰਥ ਮਿਲਦੇ ਆ, ਉਦੋਂ ਫਿਰ ਆਕੜਾ ਮਾਰਦੀ ਹੈ, ਉਦੋਂ ਫਿਰ ਹਉਮੈ ਮਾਰਦੀ ਹੈ। ਇਹਦਾ ਕਾਹਦਾ ਮਾਣ? ਮਰਨਾ ਤੇ ਕਾਹਦਾ ਮਾਣਾ? ਜੇ ਸਾਹ ਸ਼ੈਣ ਕਹਿੰਦੇ ਜਦੋਂ ਮਰਨਾ ਹੈ ਫਿਰ ਮਾਣ ਕਾਹਦਾ? ਜਦ ਜੀਂਦੇ ਨਹੀਂ ਰਹਿਣਾ ਕਾਹਦਾ ਫੌਜਾਂ ਦੇ ਮਾਣ? ਕਾਹਦੇ ਰਾਜ ਭਾਗ ਦੇ ਬੜੇ ਆਏ ਬੜੇ ਗਏ। ਗਰਬ ਨਾ ਕੀਜੇ ਨਾਨਕਾ, ਮਤ ਸਿਰ ਆਵੇ ਭਾਰ। ਕਹਿੰਦੇ ਕਿਤੇ ਹੰਕਾਰ ਨਾ ਕਰਕੇ ਬੈਠੀ ਤੂੰ ਆਕੜ ਕੇ ਤੁਰਦਾ ਨਾ ਪੈਰਾਂ ਦੇ, ਤੇ ਰੱਬ ਵੀ ਐਸਾ ਪੁੱਠਾ ਗੱਡ ਦਿੰਦਾ। ਆਖੋ ਸੀ ਮਾਂ ਦਾ ਧੌਣ ਭਰੇ ਕਿ ਮਤਾ ਸਿਰ ਭਾਰ ਨਾ ਆ ਜੀ। ਅੱਜ ਰੱਬ ਨੇ ਤਾਕਤਾਂ ਦਿੱਤੀਆਂ, ਦਾਤਾਂ ਦਿੱਤੀਆਂ, ਤੇ ਹੰਕਾਰ ਨਾ ਕਰ। ਗਰਬ ਨਾ ਕੀਜੇ ਨਾਨਕਾ, ਮਤ ਸਿਰ ਆਵੇ ਭਾਰ। ਵੇਖੀ ਕਿਤੇ ਇੱਥੇ ਪੁੱਠਾ ਨਾ ਪਿਆ ਹੋਵੇ, ਤੇਰੀ ਧੌਣ ਠਾਂ ਨਾ ਹੋਵੇ ਤੇ ਲੱਤਾਂ ਗੱਡਿਆ ਨਾ ਪਿਆ ਹੋਵੇ ਤੂੰ।
ਇੱਥੇ ਸਿਰ ਪਰਨੇ ਨਾ ਮਰਿਆ ਪਿਆ ਹੋਵੇ, ਸਿਰ ਪਰਨੇ ਨਾ ਡਿੱਗਿਆ ਪਿਆ ਹੋਵੇ, ਤੇਰੇ ਕਾਰੋਬਾਰ ਨਾ ਪੁੱਠੇ ਪੈ ਜਾਣ, ਤੇਰੇ ਤੇ ਹੰਕਾਰ ਨਾ ਕਰ। ਗਰਭ ਕਾਹਦਾ? ਪਰਮਾਤਮਾ ਨੇ ਦਿੱਤੀਆਂ, ਉਹਦੇ ਉਹਨੇ ਗੁਣ ਗਾਓ, ਉਹਨਾਂ ਜੱਗ ਦਾ ਭਲਾ ਕਰੋ, ਉਨੀ ਨੀਵੀਂ ਹੋ ਕੇ ਰਹੋ। ਰਾਜਾ ਇਹ ਦਾਤਾਂ ਮਿਲ ਗਈਆਂ, ਇੰਨੀ ਵੱਡੀ ਦਾਤ। ਇੱਕ ਤਾਂ ਨਾਮ ਦੀ ਗੰਗਾ ਵਹਿੰਦੀ ਰਹੀ, ਤੇ ਦੂਸਰਾ ਪਰਪਕਾਰ ਸੇਵਾ ਚੱਲਦੀ ਰਹੇ। ਤੇਰੇ 'ਚ ਗਰੀਬੀ ਰਹੇਗੀ ਤੇ ਦਾਤ ਰਹਿ ਜਾਣੀ ਏ, ਨਹੀਂ ਤਾਂ ਹੰਕਾਰ ਨੇ ਸਾਰਾ ਕੁਝ ਹੀ ਲੈ ਜਾਣਾ। ਜਿਵੇਂ ਆਇਆ ਉਵੇਂ ਚਲਾ ਜਾਏਗਾ। ਅੱਜ ਮਹਾਂਪੁਰਖਾਂ ਦੀ ਸੇਵਾ ਕੀਤੀ, ਕਿਸੇ ਸਾਧੂ ਨਾਲ ਅੜ ਕੇ ਨਾ ਬਹਿ ਜਾਈ। ਭਗਤ ਜਿਨ੍ਹਾਂ ਨੂੰ ਸਦਾ ਨਿਭ ਰਹੀਏ, ਸਾਧੂਆਂ ਦੇ ਅੱਗੇ ਜ਼ਿੰਦਗੀ 'ਚ ਸੋਚ ਲਓ ਕਿ ਅੜਨਾ ਹੀ ਨਹੀਂ, ਨਿਉ ਕੀ ਦੇਣਾ, ਨਹੀਂ ਤਾਂ ਰੱਬ ਕੁੱਲਾਂ ਗਾਲ ਦਿੰਦਾ। ਨਿਮਰਤਾ ਗਰੀਬੀ ਧਾਰ ਕੇ ਇਹ ਦਾਤ ਨੂੰ ਹੁਣ ਸੰਭਾਲ ਕੇ ਰੱਖੀ ਰਾਜਾ, ਸੰਭਾਲ ਕੇ ਰੱਖੀ। ਮਹਾਂਪੁਰਸ਼ਾਂ ਨੇ ਦਾਤ ਦੇਤੀ, ਰਾਜਾ ਹੁਣ ਬਣ ਗਿਆ ਵੱਡਾ ਰਾਜਾ। ਹੁਣ ਕਾਹਦੀ ਪਰਵਾਹ ਹੈ? ਹੁਣ ਤਾਂ ਮਿਲ ਗਈਆਂ ਦਾਤਾਂ ਸਾਰੀਆਂ, ਇਸ਼ਾਂ ਕਸਰਾਂ ਪੂਰੀਆਂ ਹੋ ਗਈਆਂ। ਨਾ ਕਿਸੇ ਦੇ ਇੰਨੇ ਪੁੱਤ ਹੋਣ, ਨਾ ਪਹਿਲੋਂ ਹੋਏ ਹੋਣ। ਇਹ ਤਾਂ ਰਾਜੇ ਸੱਗੜ ਦੀ ਕਥਾ ਰਹੇਗੀ, ਜਿੰਦੇ ਘਰ 60,000 ਪੁੱਤਰ ਸੀ। ਤੇ ਆਕੜਾਂ ਦਾ ਹੰਕਾਰ ਤਾਂ ਫਿਰ ਆਉਂਦਾ ਹੀ ਹੈ। ਮੇਰੇ ਵਰਗਾ ਕੌਣ ਹੈ? ਮੇਰੇ ਤੋਂ ਸ਼ਕਤੀਸ਼ਾਲੀ ਕੌਣ ਹੈ? ਮੈਂ ਤਾਂ ਦੁਨੀਆ ਜਿੱਤ ਸਕਦਾ। 60,000 ਯੋਧਾ ਸੂਰਬੀਰ ਮੇਰਾ ਪੁੱਤਰ, ਜਿਹੜੇ ਕਦੀ ਵੀ ਨਾ ਹਾਰ ਖਾਣ ਸੰਤਾਂ ਨੇ ਦਿੱਤੇ ਹੋਏ ਆ। ਤੇ ਫੌਜਾਂ ਮੇਰੇ ਕੋਲ ਪਤਾ ਹੀ ਨਹੀਂ ਕਿੰਨੀਆਂ ਨੇ। ਰਾਜੇ ਨੂੰ ਮਾਣ ਸਤਾਉਂਦਾ ਪਿਆ ਹੰਕਾਰ, ਗਰੀਬੀ ਧਾਰ ਨਾ ਕਰ। ਗੁਰੂ ਸਾਹਿਬ ਕਹਿੰਦੇ ਕੈਰੋਂ ਮਰ ਗਏ, ਮੇਰੀ ਮੇਰੀ ਕਰਦੇ। 100 ਭਰਾਵਾਂ ਵਾਲੇ ਬੜੇ ਬੜੇ ਰਾਵਣ ਵਰਗੇ ਮਰ ਗਏ, ਸੋਨੇ ਦੀ ਲੰਕਾ ਦੀ ਸ਼ਕਤੀਆਂ ਵਾਲੇ। ਇਸ ਜੱਗ ਦੇ ਕਹਿੰਦੇ ਨੇ ਮਹਾਂਪੁਰਖ ਸੀ ਮਾਰਕੰਡਾ ਜੀ, ਉਹਨਾਂ ਨੇ ਤੀਲਿਆਂ ਦੇ ਉਮਰਾਂ ਕੱਟ ਲਈ ਸੀ। ਤੀਲਿਆਂ ਦੇ ਸੱਜੇ ਥੱਲੇ ਉਮਰ ਕੱਢ ਲਈ ਸੀ, ਤੇ ਉਮਰ ਉਹਨਾਂ ਦੀ ਕਈ ਯੁੱਗ ਤੱਕ ਚਿਰੰਜੀਵੀ ਮਹਾਂਪੁਰਖ ਸੀ। ਕਰੋੜਾਂ ਸਾਲ ਤੱਕ ਜੀਂਦੇ ਰਹੇ, ਕਈ ਯੁੱਗ ਜੀਂਦੇ ਰਹੇ। ਪਰ ਤੀਲਿਆਂ ਥੱਲੇ ਗੁਜ਼ਾਰਾ ਕਰਕੇ ਕਹਿੰਦੇ ਗਹਿਰੀ ਕਰਕੇ ਨੀਮ ਖਦਾਈ, ਉੱਪਰ ਮੰਡਪ ਛਾਏ ਬੰਦਿਆ, ਤੂੰ ਬੜੀਆਂ ਨੀਆਂ ਡੂੰਘੀਆਂ ਪੱਟੀਆਂ ਨੇ, ਬੜੇ RCC ਲੈਂਟਰ ਲਾਏ ਨੇ, ਉੱਤੇ ਤੂੰ ਬੜੇ ਮਹੱਲ ਬਣਾਏ ਨੇ। ਕਹਿੰਦੇ ਤੂੰ ਥੋੜੀ ਜਿਹੀ ਉਮਰ ਵਾਲਾ ਏ, ਉਹ ਮਾਰਕੰਡੇ ਨਾਲੋਂ ਤਾਂ ਨਹੀਂ ਤੇਰੀ ਵੱਧ ਉਮਰਾ। ਮਾਰਕੰਡੇ ਤੇ ਕੋ ਨਾ ਦਿਖਾਈ, ਜਿਨ ਤ੍ਰਿਣਤਰ ਮੂਡ ਬਣਾਏ, ਜਿਨੇ ਸਿਰ ਤੇ ਕਾਨਿਆਂ ਦਾ ਛੱਜਾ ਰੱਖ ਕੇ ਉਮਰਾਂ ਕੱਟ ਲਈ ਸੀ, ਸਰਦੀ ਗਰਮੀ ਧੁੱਪ ਮੀਂਹ ਚ। ਕਹਿੰਦੇ ਉਹਦੇ ਨਾਲੋਂ ਤਾਂ ਨਹੀਂ ਤੂੰ ਜ਼ਿਆਦੀ ਉਮਰ ਵਾਲਾ। ਇਸ ਕਰਕੇ ਭਾਈ ਰੱਬ ਦਾ ਨਾਮ ਲਵੋ, ਗੁਰੂ ਦੀ ਓਟ ਲਵੋ, ਗੁਰੂ ਦਾ ਆਸਰਾ ਲਵੋ, ਭਗਤੀ ਕਰੋ, ਪਰਪਕਾਰ ਕਰੋ, ਗੁਰਸਿੱਖੀ ਧਾਰਨ ਕਰੋ। ਜੋ ਸਾਡੇ ਗੁਰੂ ਕਹਿੰਦੇ ਆ ਉਹਨਾਂ ਤੋਂ ਬੇਮੁਖ ਨਾ ਹੋਈਏ। ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਮੰਡ ਕੇ ਖਾਣਾ ਗੁਰੂ ਦਾ ਹੁਕਮ ਹੈ। ਸਾਰੇ ਪੜ੍ਹ ਲਓ। ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਖਾਣਾ ਹੁਕਮ ਹੈ। ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਜੀ ਖਾਣਾ ਹੁਕਮ ਹੈ। ਜਪਣਾ ਧਰਮ ਦੀ ਕਿਰਤ ਕਰਨੀ, ਵੰਡ ਕੇ ਖਾਣਾ ਹੁਕਮ ਹੈ। ਨਾਮ ਜਪਣਾ ਧਰਮ ਦੀ ਕਿਰਤ ਕਰਨੀ, ਵੰਡ ਕੇ ਖਾਣਾ ਹੁਕਮ ਹੈ। ਨਾਮ ਜਪਣਾ ਧਰਮ ਦੀ ਕਿਰਤ ਕਰਨੀ, ਵੰਡ ਕੇ ਉਹ ਖਾਣਾ ਹੁਕਮ ਹੈ। ਨਾਮ ਜਪਣਾ ਧਰਮ ਦੀ ਕਿਰਤ ਕਰਨੀ, ਖਾਣਾ ਹੁਕਮ ਹੈ।
ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਓ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਓ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਵੱਡਾ ਕਰੋ ਜੀ, ਵੱਡਾ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਖਾਣਾ ਦੀ ਕਿਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਧਰਮ ਦੀ ਕਿਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਧਰਮ ਦੀ ਕਿਰਤ ਕਰਨੀ ਹੁਕਮ ਸਾਹਿਬ ਦਾ ਜਪਣਾ ਧਰਮ ਦੀ ਕੀਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਵੰਡ ਖਾਣਾ ਹੁਕਮ ਸਾਹਿਬ ਦਾ ਇਹ ਗੁਰੂਆਂ ਦਾ ਹੁਕਮ ਹੈ। ਗਰੀਬੀ ਨਿਮਰਤਾ ਦੇ ਵਿੱਚ ਸਵਾਲ ਹੈ, ਹੰਕਾਰ ਚ ਨਹੀਂ। ਰਾਜੇ ਨੂੰ ਮਾਣ ਹੋ ਗਿਆ ਤੇ ਰਾਜੇ ਨੇ ਕਿਹਾ ਵੀ ਕਰੋ ਚੜਾਈ, ਘੋੜਾ ਛੱਡੋ, ਜਿਹੜਾ ਤਾਕਤਵਾਰ ਇਹਨੂੰ ਫੜ ਲੈ, ਯੁੱਧ ਕਰੇ ਸਾਡੇ ਨਾਲ। ਹੁਣ ਰਾਜੇ ਦੀ ਚੜ੍ਹਤ ਹੋ ਗਈ, ਸਾਰੇ ਵੇਖਣ ਲੱਗੇ ਵੀ ਰਾਜਾ ਬੜਾ ਸ਼ਕਤੀਸ਼ਾਲੀ, ਇੰਦਰ ਦੇਵਤੇ ਦਾ ਵੀ ਰਾਜ, ਉੱਥੋਂ ਤੱਕ ਵੀ ਲੋਕੀ ਪਹੁੰਚ ਜਾਂਦੇ। ਅੱਜ ਤਾਂ ਅਸੀਂ ਕਲਯੁਗ ਦੇ ਬੰਦੇ ਖੋਟੇ ਰਾਜ 'ਚ ਹੀ ਫਸੇ ਬੈਠੇ ਆ। ਪਿਛਲੇ ਰਾਜੇ ਧਰਮ ਕਮਾਉਂਦੇ ਹੋਏ, ਨਾਮ ਜਪਦੇ ਜਪਾਉਂਦੇ, ਰਾਜ ਕਰਦੇ ਹੋਏ ਸਵਰਗਾਂ ਵਿੱਚ ਵੀ ਰਾਜ ਕਰਦੇ ਸੀ। ਸਾਰੇ ਪਾਸੇ ਜੈ ਜੈਕਾਰ, ਰਾਜੇ ਨੂੰ ਪੂਰਾ ਹੰਕਾਰ, ਭੁੱਲ ਗਈ ਸਾਧ ਸੰਗਤ, ਭੁੱਲ ਗਿਆ ਨਾਮ ਜਪਣਾ। ਜਦੋਂ ਲੋੜਾਂ ਸੀ ਉਦੋਂ ਦਿਨ ਰਾਤ ਭੱਜਿਆ ਫਿਰ। ਅੱਜ ਸਾਹਿਬ ਨੇ ਲੋੜਾਂ ਪੂਰੀਆਂ ਕਰਤੀਆਂ, ਕੰਮ ਢਿੱਲਾ ਪੈ ਗਿਆ। ਕਹਿੰਦੇ ਜਿਵੇਂ ਲੋੜ ਵੇਲੇ ਕਾਜ ਪਏ ਤੋਂ ਸਿਮਰਿਏ, ਐਸਾ ਸਿਮਰੋ ਨਿਤ। ਐਵੇਂ ਹੀ ਸਿਮਰਦਾ ਰਹੇ। ਜਿਵੇਂ ਤੂੰ ਲੋੜ ਪਏ ਤੇ ਰੱਬ ਨੂੰ ਯਾਦ ਕਰਦਾ ਹੈ, ਤਰਲੇ ਲੈਣਾ ਹੈ, ਗੁਰਾਂ ਦੇ ਪਿੱਛੇ ਜਾਣਾ ਹੈ, ਹੁਣ ਉਵੇਂ ਸਿਮਰ, ਤੇਰੇ ਅਗਲੇ ਕਾਰਜ ਵੀ ਗੁਰੂ ਨੇ ਕਰਨੇ। ਰਾਜੇ ਨੇ ਘੋੜਾ ਛੱਡਿਆ ਕਿ ਜਿਹੜਾ ਮਰਜੀ ਇਹਨੂੰ ਫੜੇ ਯੁੱਧ ਕਰੇ, ਜੇ ਕੋਈ ਸ਼ਕਤੀ ਆਦਾ। ਨਹੀਂ ਤਾਂ ਰਾਜੇ ਭੇਟਾ ਲੈ ਲੈ ਕੇ ਮਿਲਣ ਲੱਗੇ, ਜੀ ਮੈਂ ਤੁਹਾਡੇ ਅਧੀਨ, ਜਿਵੇਂ ਤੁਸੀਂ ਕਹੋਗੇ ਉਵੇਂ ਤੁਹਾਡੇ ਨਾਲ ਚੱਲਾਂਗਾ। ਸਾਰੇ ਰਾਜੇ ਸਲਾਮਾਂ ਕਰਦੇ ਜਾਂਦੇ ਆ, ਅਧੀਨ ਹੁੰਦੇ ਜਾਂਦੇ ਆ। ਇੰਦਰ ਦੇਵਤੇ ਨੇ ਦੇਖਿਆ ਵੀ ਇਹ ਤਾਂ ਲੈ ਗਿਆ, ਸੰਸਾਰ ਜਿੱਤ ਗਿਆ, ਹੁਣ ਇਹਨੇ ਮੇਰੇ ਵੱਲ ਨੂੰ ਆ ਜਾਣਾ। ਬੰਦਾ ਰੁਕਦਾ ਨਹੀਂ ਹੁੰਦਾ। ਕਹਿੰਦੇ ਗਾਂ ਤੋਂ ਗਾਂ ਵੱਧਦਾ ਹੈ, ਸਹਿਸ ਖਟੇ ਲਾਕੋੜ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਆ ਜਿਹੜੇ ਦੁਨੀਆ ਦੇ ਆਪਣੇ ਅਮੀਰ ਆਦਮੀ ਹੈ ਨਾ, ਵੱਡੇ, ਉਹਨਾਂ ਨੇ ਕਈ ਕੰਮ ਚਲਾਏ। ਕਹਿੰਦੇ ਹੁਣ ਜਹਾਜ਼ ਵੀ ਖਰੀਦ ਲਈਏ, ਹੁਣ ਰੇਲਾਂ ਵੀ ਖਰੀਦ ਲਈਏ, ਹੁਣ ਕਹਿੰਦੇ ਸਾਰੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਵੀ ਖਰੀਦ ਲਈਏ। ਕਹਿੰਦੇ ਅਸੀਂ ਹੀ ਰਹਿ ਜਾਈਏ ਬਸ, ਬਾਕੀ ਸਾਰਿਆਂ ਦਾ ਭੋਗ ਪੈ ਜਾਏ, ਸਾਡੇ ਹੀ ਕੰਮ ਕਰਨ ਵਾਲੇ ਰਹਿ ਜਾਣ। ਇਹਨਾਂ ਨੀਤੀ ਖੋਟੀ। ਵੱਡੇ ਵੱਡੇ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਸਭ ਕੁਝ ਮੇਰੇ ਅਧੀਨ ਹੀ ਹੋ ਜਾਵੇ। ਪੈਸਾ ਬੜਾ ਉਹਨਾਂ ਕੋਲ, ਉਹਨਾਂ ਆ ਸਾਰੇ ਮੋਬਾਈਲ ਵੀ ਲੈ ਲਏ, ਸਾਰੇ ਪੰਪ ਵੀ, ਪੈਟਰੋਲ ਪੰਪ ਵੀ ਲੈ ਲਏ। ਉਹ ਕਹਿੰਦੇ ਜਿੰਨਾ ਧਨ ਮੇਰੇ ਕੋਲ ਹੀ ਆ ਜਾਏ, ਪਰ ਮਰਨਾ ਹੈ ਪੁੱਤ, ਹੋਇਆ ਕਿਸੇ ਦੇ ਨਹੀਂ ਹੋਇਆ, ਹੋਇਆ ਤੇ ਕਿਹੋ ਜਿਹਾ ਹੋਇਆ ਹੈ। ਤੇ ਇਹ ਮਰਨਾ ਚੇਤੇ ਨਹੀਂ ਇਹਨਾਂ ਲੋਕਾਂ ਨੂੰ।
ਕਹਿੰਦੇ ਸਾਰੀ ਦੁਨੀਆ ਦਾ, ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ, ਕਹਿੰਦੇ ਤੂੰ ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲਾ, ਤੇ ਜਿਸ ਦਿਨ ਤੂੰ ਮਰੇਗਾ ਨਾ, ਦੁਨੀਆ ਦੇ ਕੋਲੋਂ ਹੀ, ਲੋਕਾਂ ਦੇ ਕੋਲੋਂ ਮਰੇਗਾ, ਤੇ ਤੇਰਾ ਸਾਰਾ ਚੱਕ ਕੇ ਲੈ ਜਾਣਗੇ ਜਿਨ੍ਹਾਂ ਦਾ ਤੂੰ ਇਕੱਠਾ ਕੀਤਾ। ਕਹਿੰਦੇ ਜਿਨ੍ਹਾਂ ਦਾ ਤੂੰ ਧਨ ਇਕੱਠਾ ਕੀਤਾ ਹੈ ਨਾ, ਫੈਕਟਰੀਆਂ ਲਾਈਆਂ, ਪੈਟਰੋਲ ਪੰਪ ਲਾ ਲਏ, ਆਪਦੇ ਸਾਰਾ ਕੁਝ ਚਲਾ ਲਿਆ, ਸਾਰਾ ਅਨਾਜ ਜਮ੍ਹਾਂ ਕਰਨਾ ਸ਼ੁਰੂ ਕਰਤਾ। ਕਹਿੰਦੇ ਜਿਸ ਦਿਨ ਰੱਬ ਨੇ ਕੋਈ ਕੜਾ ਚਲਾਈ ਨਾ, ਇਹ ਲੋਕ ਤੇਰਾ ਸਾਰਾ ਕੁਝ ਲੁੱਟ ਕੇ ਲੈ ਜਾਣਗੇ। ਕਹਿੰਦੇ ਨੇ ਗੁਰੂ ਸਾਹਿਬ ਨੇ ਸ਼ਬਦ ਲਿਖਿਆ ਬਾਣੀ 'ਚ, ਜਿਸੇ ਸਕਦਾਰੀ ਤਿਸੇ ਖੁਆਰੀ, ਜਿੰਦੇ ਕੋਲ ਧਾਣੇ ਨਾ ਉਸੇ ਨੂੰ ਡਰੇ। ਚਾਕਰ ਕਿਹੇ ਡਰਨਾ, ਅਸੀਂ ਗਰੀਬਾਂ ਨੇ ਕਾਹਦਾ ਡਰਨਾ ਜਿਨ੍ਹਾਂ ਕੋ 2-4 ਕਿੱਲੇ 5-7 ਕਿੱਲੇ ਆ। ਹੁਣ ਸਰਕਾਰ ਨੇ ਸਾਰੇ ਟੈਕਸ ਲਾ ਦੇ, ਸੜਕਾਂ ਦੇ ਵੀ ਲਾ ਦੇ, ਜ਼ਮੀਨਾਂ ਤੇ ਵੀ ਲਾ ਦੇ, ਸਾਰੇ ਪਾਸੇ ਘੁੱਟੀ ਜਾਂਦੀ ਗਲਾ ਸਾਰਿਆਂ। ਭਲਾ ਕਰਨ ਵਾਲੀ ਤਾਂ ਗੱਲ ਹੀ ਨਹੀਂ। ਦੁਨੀਆ ਦੇ ਕੰਮ, ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ, ਕਾਰੋਬਾਰ ਬੰਦ ਹੋ ਗਏ, ਬਹੁਤ ਜਿਨਸਾਂ ਦਾ ਇੰਨਾ ਮਾੜਾ ਹਾਲ ਹੋਇਆ ਨਾ। ਆ ਪਹਿਲੋਂ ਸਬਜ਼ੀਆਂ ਫਲ ਫੁੱਲ ਸਭ ਕੁਝ ਹੀ ਘਾਟੇ 'ਚ, ਬੜੇ ਸਸਤੇ, ਹੁਣ ਪੂਰੇ ਮਹਿੰਗੇ ਕਰਤੇ। ਹਾਲ ਨਹੀਂ, ਕੋਈ ਕੰਟਰੋਲ ਨਹੀਂ। ਪਹਿਲੋਂ ਕੋਈ ਪੁੱਛਦਾ ਨਹੀਂ ਸੀ, ਸਾਰੀਆਂ ਚੀਜ਼ਾਂ ਰੁਲੀ ਜਾਣ, ਹੁਣ ਇੰਨੀਆਂ ਮਹਿੰਗੀਆਂ ਕਰਤੀਆਂ ਕੋਈ ਲੈ ਨਹੀਂ ਸਕਦਾ। ਕਹਿੰਦੇ ਇੰਨਾ ਯਾਦ ਰੱਖਿਓ, ਚਾਕਰ ਕਿਹੇ ਡਰਨਾ, ਜਾਂ ਸਿਕਦਾਰਾਂ ਗਲ ਪਵੇ ਜੰਜੀਰੀ, ਚਾਕਰ ਹੱਥੋਂ ਮਰਨਾ। ਕਹਿੰਦੇ ਲੋਕ ਤੇਰੇ ਲੁੱਟ ਲੈਣਗੇ ਜਿੰਨਾ ਤੂੰ ਜਮ੍ਹਾਂ ਕੀਤਾ ਹੈ ਨਾ। ਇਹ ਉੱਠਣਗੇ ਲੋਕ, ਜਾਗਰਤ ਆਏਗੀ। ਕਹਿੰਦੇ ਇਹ ਲੋਕ ਤੇਰਾ ਸਾਰਾ ਕੁਝ ਹੀ ਲੁੱਟ ਲੈਣਗੇ। ਸਰਕਾਰ ਸਮਝ ਨਾਲ ਚੱਲੇਗੀ ਤੇ ਸਰਕਾਰ ਜੇ ਟੈਕਸ ਹੀ ਲਾਈ ਜਾਏਗੀ, ਜੇ ਲੁੱਟ ਖਸੋਟੀ ਕਰੀ ਜਾਏਗੀ, ਤੇ ਇੱਕ ਦਿਨ ਲੋਕ ਉੱਠ ਕੇ ਰੋਡ ਤੇ ਆ ਜਾਣਗੇ ਤੇ ਕਹਿਣਗੇ ਅਸੀਂ ਨਹੀਂ ਕੋਈ ਟੈਕਸ ਦੇਣਾ, ਅਸੀਂ ਨਹੀਂ ਕੋਈ ਥਾਂ ਦੇ ਕਿਸੇ ਥਾਂ ਤੇ ਕੋਈ ਪੈਸਾ ਦੇਣਾ, ਕਿਸੇ ਕੋਈ GST ਨਹੀਂ ਦੇਗਾ, ਕੋਈ ਸਾਰਾ ਕੁਝ, ਇਹ ਕੰਮ ਖਰਾਬ ਹੋ ਜਾਏਗਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਪ੍ਰਜਾ ਨੂੰ, ਦੁਨੀਆ ਨੂੰ ਪੂਰਾ ਸੁੱਖ ਦੇਵੇ। ਆਪਣੀ ਰਾਜਨੀਤੀ ਨਹੀਂ, ਆਪਾਂ ਕੋਈ ਇਹਨਾਂ 'ਚ ਆਪਣਾ ਜਾਣਾ ਕੰਮ ਨਹੀਂ, ਪਰ ਦੁਨੀਆ ਦੇ ਮਾਹੌਲ ਤੇ ਗੱਲ ਹੋਊਗੀ ਕਿ ਦੁਨੀਆ ਦਾ ਮਾਹੌਲ ਐਸਾ ਹੈ ਰਾਜੇ ਸੰਗੜ ਤੋਂ, ਕਿ ਜਿਸ ਦਿਨ ਪ੍ਰਮਾਤਮਾ ਨੇ ਕਿਰਪਾ ਕੀਤੀ, ਤੈਨੂੰ ਇੰਨਾ ਵੱਡਾ ਬਣਾਇਆ ਹੈ, ਤੇ ਜਿਸ ਦਿਨ ਉਹ ਨਜ਼ਰ ਪੱਠੀ ਕਰੇਗਾ, ਉਹ ਸੁਲਤਾਨਾ ਤੈਨੂੰ ਘਾਹ ਖਾਣ ਨੂੰ ਨਹੀਂ ਮਿਲਣਾ। ਨਜ਼ਰ ਪੱਠੀ ਜੇ ਕਰੇ ਸੁਲਤਾਨਾ, ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਹਿੰਦੇ ਸ਼ਾਹਜਹਾਂ ਇਹ ਗੁਰੂ ਸਾਹਿਬ ਦੇ ਕੋਲ ਆਇਆ ਮੱਥਾ ਟੇਕਣ, ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਪੰਕਤੀ ਆ ਗਈ, ਨਜ਼ਰ ਪੱਠੀ ਜੇ ਕਰੇ ਸੁਲਤਾਨਾ, ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਬਾਦਸ਼ਾਹ ਨੂੰ ਘਾਹ ਖਾਣਾ ਪਏਗਾ ਤੇ ਮੰਗਿਆਂ ਤੋਂ ਭੀਖ ਨਹੀਂ ਮਿਲੇਗੀ, ਮੰਗਿਆਂ ਤੋਂ ਭੀਖ ਨਹੀਂ ਮਿਲੇਗੀ, ਤੇ ਘਾਹ ਖਾਣਾ ਪਏਗਾ। ਕਹਿੰਦੇ ਇਹ ਬਾਦਸ਼ਾਹ ਜਿਹੜਾ ਸੀ ਨਾ, ਫਿਰ ਪੁੱਤਰ ਇਹਦਾ ਉੱਠਿਆ, ਉਹਨੇ ਰਾਜ ਭਾਗ ਸੰਭਾਲ ਲਈ, ਇਹਨੂੰ ਕੈਦ ਕਰ ਲਿਆ। ਜਿਹੜਾ ਕਹਿੰਦਾ ਸੀ ਹੋ ਨਹੀਂ ਸਕਦਾ, ਜਦੋਂ ਕੈਦ ਕਰ ਲਿਆ ਨਾ, ਤੇ ਇੱਕ ਥਾਂ ਤੇ ਬੰਦ ਕਰਤਾ ਜੇਲ੍ਹ 'ਚ। ਇਹ ਕਹਿਣ ਲੱਗਾ ਵੀ ਪੁੱਤਰ, ਈਦ ਦੇ ਦੇਣੇ, ਨਮਾਜ਼ ਦੇ ਦੇਣੇ, ਤੇ ਮੈਨੂੰ ਤੂੰ ਠੀਕ ਹੈ ਬੰਦ ਰੱਖ, ਪਰ ਮੇਰੇ ਕੋਲ ਛੋਟੇ ਛੋਟੇ ਬੱਚੇ ਭੇਜ ਦਿਆ ਕਰ, ਮੈਂ ਕੋਈ ਰੱਬ ਦੇ ਨਾਂ ਦੀ ਇਬਾਦਤ ਸਿਖਾਵਾਂ, ਮੇਰਾ ਅੱਗੇ ਭਲਾ ਹੋ ਜਾਏ। ਮੈਂ ਤੇਰੀ ਕੈਦ ਵਿੱਚ ਬੈਠਾ, ਤੇਰਾ ਪਿਓ ਆ, ਰਾਜ ਭਾਗ ਤੈਨੂੰ ਮੇਰੇ ਕਰਕੇ ਮਿਲੇ ਆ, ਪਰ ਇੰਨਾ ਜ਼ੁਲਮ ਨਾ ਕਰ। ਔਰੰਗਜ਼ੇਬ ਕਹਿਣ ਲੱਗਾ ਵੀ ਜੇ ਪਿਓ ਮੇਰਾ ਨਾ, ਮੈਂ ਬੱਚੇ ਭੇਜਤੇ, ਇਹਨੇ ਸਿੱਖਿਆ ਦੇ ਦੇਣੀ ਉਲਟੀ, ਲੋਕ ਮੇਰੇ ਉਲਟ ਹੋ ਜਾਣਗੇ, ਇਹਨੂੰ ਬਦਲੋ ਦੂਜੀ ਥਾਂ ਤੇ ਜਿੱਥੇ ਪਾਣੀ ਨਾ ਮਿਲੇ, ਰੋਟੀ ਨਾ ਮਿਲੇ, ਉੱਥੇ ਕਹਿੰਦੇ ਇਹਨੂੰ ਵੰਡ ਕੇ ਬਾਹਾਂ ਲੈ ਜਾਓ ਦੂਜੀ ਥਾਂ ਤੇ। ਤੇ ਇਹਨੂੰ ਲੈ ਕੇ ਜਾ ਰਹੇ ਸੀ। ਬਾਦਸ਼ਾਹ ਸੀ ਜਿਹਨੇ ਸ਼ੰਕਾ ਕੀਤਾ ਸੀ ਇਹ ਹੋ ਹੀ ਨਹੀਂ ਸਕਦਾ ਕਿ ਬਾਦਸ਼ਾਹ ਘਾਹ ਖਾਵੇ, ਭੀਖ ਨਾ ਮਿਲੇ ਮੰਗਿਆਂ ਤੋਂ।
ਅੱਜ ਭੀਖ ਮੰਗੀ ਪੁੱਤਰ ਤੋਂ ਕਿ ਪੁੱਤਰ ਭੀਖ ਦੇ ਦੇ, ਮੈਂ ਬੱਚਿਆਂ ਨੂੰ ਰੱਬ ਦੇ ਨਾਂ ਦੀ ਕੋਈ ਗੱਲ ਸਿਖਾ ਦਿਆਂ। ਮੈਂ ਜੇਲ੍ਹ 'ਚ ਬੈਠਾ, ਮੇਰਾ ਵੀ ਟਾਈਮ ਲੰਘ ਜਾਏਗਾ, ਠੀਕ ਹੈ, ਮੈਂ ਜੇਲ੍ਹ 'ਚ ਬੈਠਾ, ਤੂੰ ਤੇਰੇ ਰਾਜ ਭਾਗ ਤੈਨੂੰ ਮੁਬਾਰਕ। ਉਹਨੇ ਕਿਹਾ ਵੀ ਇਹ ਜੇਲ੍ਹ 'ਚ ਬੰਦਾ ਇਹ ਸੱਦ ਰਿਹਾ ਹੈ, ਕਹਿੰਦੇ ਇਹਨੂੰ ਉਹੋ ਜਿਹੀ ਥਾਂ ਤੇ ਲੈ ਜਾਓ ਜਿੱਥੇ ਕੋਈ ਨਾ ਇਹਦੇ ਕੋਲ ਜਾ ਨੇੜੇ ਲੱਗੇ, ਤੇ ਕੋਈ ਚੀਜ਼ ਨਹੀਂ ਦੇਣੀ ਇਹਨੂੰ ਖਾਣ ਨੂੰ। ਹੱਥ ਬੰਨ੍ਹ ਕੇ ਨਾ ਘੋੜੇ ਤੇ ਬਿਠਾ ਲਿਆ, ਪਿੱਛੇ ਵੀ ਫੌਜ, ਅੱਗੇ ਵੀ ਫੌਜ, ਇਹਨੂੰ ਲੈ ਕੇ ਜਾ ਰਹੇ ਨੇ। ਇਹ ਕਹਿੰਦਾ ਵੀ ਇਹਨੂੰ ਖਾਣ ਵਾਸਤੇ ਮੰਗਿਆ, ਕਹਿੰਦੇ ਹੁਕਮ ਨਹੀਂ ਗਾ। ਇਹਨੇ ਵੇਖਿਆ ਵੀ ਮੈਂ ਤਾਂ ਮਰ ਗਿਆ। ਛੋਲਿਆਂ ਦਾ ਖੇਤ ਆਇਆ, ਛੋਲਿਆਂ ਦਾ ਖੇਤ ਆਇਆ, ਕਹਿਣ ਲੱਗਾ ਵੀ ਮੈਂ ਪਿਸ਼ਾਬ ਕਰਨਾ, ਮੈਨੂੰ ਪਿਸ਼ਾਬ ਤਾਂ ਕਰਾ ਦਿਓ। ਇਹਨੂੰ ਹੱਥ ਬੰਨੇ ਸੀ ਤੇ ਥੱਲੇ ਇਹਨੂੰ ਛੱਡਤਾ ਖੇਤ ਦੇ ਵਿੱਚ ਪਿਸ਼ਾਬ ਕਰਨ ਵਾਸਤੇ। ਫਿਰ ਇਹਨੇ ਮੂੰਹ ਥੱਲੇ ਲਾ ਕੇ ਨਾ ਨੀਵਾਂ ਕਰਕੇ ਛੋਲੇ ਮੂੰਹ ਦੇ ਨਾਲ ਖਾਧੇ। ਜਦੋਂ ਘਾਹ ਖਾਧਾ ਨਾ ਸਾਰਾ, ਤੇ ਨਾਲ ਬਚਨ ਯਾਦ ਆ ਗਿਆ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਦਾ। ਕਹਿੰਦਾ ਬਾਬਾ ਤੂੰ ਤਾਂ ਸੱਚ ਬੋਲੇ, ਦਰ ਮੰਗਣ ਭਿੱਖ ਨਾ ਪਾਏਂਦਾ, ਮੰਗਿਆ ਤੋਂ ਭੀਖ ਨਹੀਂ ਮਿਲਦੀ ਬਾਦਸ਼ਾਹ ਨੂੰ। ਜੇ ਪੁੱਠੀ ਨਜ਼ਰ ਹੋ ਗਈ ਮਾਲਕ ਦੀ, ਮਾਲਕ ਦੀਆਂ ਨਜ਼ਰਾਂ ਸਿੱਧੀਆਂ ਰਹਿਣ, ਹੰਕਾਰ ਨਾ ਕਰੀ। ਕਿਆ ਤਾਨੇ ਤੂੰ, ਤਾਨੇ ਮਾਲਕਾ, ਮੈਂ ਤੇਰੇ ਤੇ ਸ਼ੰਕਾ ਕੀਤਾ, ਅੱਜ ਮੈਂ ਸਭ ਕੁਝ ਮੇਰੇ ਨਾਲ ਹੀ ਹੋ ਗਿਆ। ਹਿੰਦੁਸਤਾਨ ਦਾ ਸੁਲਤਾਨ ਅੱਜ ਘਾਹ ਖਾਂਦਾ ਪਿਆ ਏ, ਅੱਜ ਭੀਖ ਨਹੀਂ ਮਿਲਦੀ ਪੁੱਤਰ ਤੋਂ। ਬਾਬੇ ਦੀ ਬਾਣੀ ਤੇ ਨਹੀਂ ਸ਼ੰਕਾ, ਮਹਾਂਪੁਰਖਾਂ ਦੇ ਨਹੀਂ ਸ਼ੰਕਾ, ਗੜਬੜੀ ਹੰਕਾਰ ਨਹੀਂ। ਅਸੀਂ ਚੀਜ਼ ਕੀ ਆ? ਦੱਸ ਬੰਦਿਆ ਤੂੰ ਕੀ ਚੀਜ਼ ਏ? ਤੇਰੇ ਤਾਂ ਦੋ ਸਾਹ ਨੇ, ਦੋ ਸਾਹ, ਹੋਰ ਕੀ ਤੇਰੇ? ਸਾਹ ਦੋ, ਰਚਨਾ ਰਾਮ ਬਣਾਈ, ਦੋ ਸਾਹਾਂ ਵਾਲਾ ਕਰਦਾ ਕੀ ਫਿਰਦਾ? ਸਾਹ ਦੋ ਹੀ ਨਹੀਂ। ਜੇ ਕਿਤੇ ਅੰਦਰ ਜਾਣਾ ਰੁਕ ਗਿਆ ਤੇ ਫਿਰ ਵੀ ਕਹਿਣਾ ਵੀ ਨਹੀਂ ਨਹੀਂ ਨਹੀਂ, ਹੋਇਆ ਹੀ ਨਹੀਂ ਕੁਝ, ਦਵਾਈਆਂ ਵੀ ਨਹੀਂ, ਡਾਕਟਰ ਵੀ ਨਹੀਂ। ਜੇ ਕਿਤੇ ਬਾਹਰ ਹੀ ਨਾ ਨਿਕਲਿਆ, ਦੋ ਸਾਹ ਨੇ, ਇੱਕ ਅੰਦਰ ਜਾਂਦਾ, ਇੱਕ ਬਾਹਰ ਆਉਂਦਾ। ਇਹਨਾਂ ਵਿੱਚੋਂ ਇੱਕ ਵੀ ਖਤਮ ਹੋ ਗਿਆ ਨਾ, ਅੰਦਰੇ ਅੰਦਰ ਰਹਿ ਗਿਆ ਤੇ ਫਿਰ ਵੀ ਖਤਮ। ਜੇ ਅੰਦਰ ਗਿਆ ਨਾ ਸਾਹ, ਫਿਰ ਵੀ ਖਤਮ। ਕਹਿੰਦੇ ਅੱਖ ਫਰਕਣੀ ਨਾ ਮਿਲੇ, ਮੂੰਹ ਵਿੱਚ ਰਹੇ ਗਰਾਂ, ਉਹ ਫਿੱਟੇ ਮੂੰਹ ਸੁਧਰਿਆ ਜੇ ਦਮ ਦਾ ਕਰੇ ਵਸਾ। ਇਹ ਵਸਾ ਕਾਹਦਾ? ਸਗੜ ਰਾਜੇ ਨੇ ਛੱਡਤਾ, ਇੰਦਰ ਰਾਜੇ ਨੇ ਦੇਖਿਆ ਇਹਦਾ ਸਾਰੀ ਦੁਨੀਆ ਜਿੱਦਾਂ ਆਉਂਦਾ। ਮਹਾਂਪੁਰਸ਼ ਆ ਗਿਆ, ਕਪਲ ਮੁਨੀ ਜੀ ਬੈਠੇ, ਬਸ ਰੱਬ ਦਾ ਨਾਮ ਸਿਮਰ ਰਹੇ ਸੀ, ਝੌਂਪੜੀ ਦੇ ਆਪਦੇ ਬੈਠੇ ਸੀ ਬਾਹਰ। ਰਿਸ਼ੀ ਇਕੱਲੇ ਹੈਗੇ ਸੀ, ਕੋਈ ਫੌਜਾਂ ਨਹੀਂ, ਕੋਈ ਬੰਦੂਕਾਂ ਨਹੀਂ। ਉਹਨੇ ਸ਼ਰਾਰਤ ਨਾਲ ਇੰਦਰ ਦੇਵਤੇ ਨੇ ਸੰਤਾਂ ਦੇ ਕੋਲ ਘੋੜਾ ਬਣਤਾ। ਰਾਜੇ ਨੂੰ ਖਬਰ ਹੋਈ ਜੀ ਰਾਜੇ ਦਾ ਘੋੜਾ ਬਣ ਲਿਆ, ਇੱਕ ਸੰਤ ਨੇ ਬਣ ਲਿਆ। ਕਿਹੜਾ ਸੰਤ ਐਸਾ ਜਿਹਨੇ ਮੇਰਾ ਘੋੜਾ ਬੰਨਿਆ? ਆ ਗਏ, ਰਾਜਾ ਆ ਗਿਆ, ਫੌਜਾਂ ਦਾ ਅੰਤ ਹੀ ਨਹੀਂ ਕੋਈ। ਰਾਜਾ ਕਹਿੰਦਾ ਇਹਦੇ ਨਾਲ ਤਾਂ ਮੈਂ ਹੀ ਇਕੱਲਾ ਯੁੱਧ ਕਰਾਂਗਾ, ਇਹ ਕਰੇਗਾ ਤੇ ਮੈਂ ਕਰਾਂਗਾ। ਇਹ ਫਕੀਰ ਕਿਤੇ ਮਾਣ ਵਿੱਚ ਹੋਵੇ। ਕਹਿਣ ਲੱਗਾ ਉਹ ਸਾਦਾ ਉੱਠ ਯੁੱਧ ਕਰ। ਕਹਿੰਦਾ ਮੈਂ ਕਾਹਦਾ ਯੁੱਧ ਕਰਨਾ, ਮੈਂ ਤਾਂ ਹਾਰ ਕੇ ਬੈਠਾ ਹੋਇਆ। ਘੋੜਾ ਕਿਉਂ ਫੜਿਆ ਸਾਡਾ? ਮੈਨੂੰ ਨਹੀਂ ਪਤਾ ਘੋੜਾ ਕਿੰਨੇ ਤੁਹਾਡਾ ਫੜਿਆ ਹੈ। ਮੈਂ ਤਾਂ ਸੰਸਾਰ ਤੋਂ ਹਾਰ ਕੇ ਬੈਠਾ, ਮੈਂ ਯੁੱਧ ਕਰ ਲੜਾਈਆਂ ਕਰਨ ਵਾਲਾ ਨਹੀਂ। ਕਹਿੰਦੇ ਕਰ। ਕਹਿੰਦੇ ਆਪਦੇ ਸਿਪਾਹੀਆਂ ਨੂੰ ਕਹਿੰਦਾ ਇੱਕ ਤਲਵਾਰ ਫੜਾਓ, ਇਹਨੂੰ ਤਲਵਾਰ ਫੜ, ਯੁੱਧ ਕਰ ਸਾਡੇ ਨਾਲ। ਉਹਨੇ ਕਿਹਾ ਵੀ ਮੇਰੇ ਹੱਥ ਜੁੜੇ, ਮੈਂ ਯੁੱਧ ਨਹੀਂ ਕਰਨਾ, ਤੁਸੀਂ ਆਪਦਾ ਘੋੜਾ ਖੋਲ ਕੇ ਲੈ ਜਾਓ, ਮੈਨੂੰ ਇਸ ਬਾਰੇ ਕੋਈ ਪਤਾ ਨਹੀਂ। ਰਾਜਾ ਕਹਿੰਦਾ ਮੇਰੀ ਤਾਂ ਹਾਨੀ, ਮੇਰਾ ਤਾਂ ਪਰਨੇ, ਜਿਹੜਾ ਮੇਰੇ ਘੋੜੇ ਨੂੰ ਹੱਥ ਲਾਏਗਾ
ਉਹਦੇ ਨਾਲ ਯੁੱਧ ਹੋਣਾ ਹੀ ਹੋਣਾ ਏ। ਉਹ ਫਕੀਰਾ ਫੜ ਤਲਵਾਰ ਤੇ ਕਰ ਵੀ ਵਾਰ ਪਹਿਲੋਂ। ਕਹਿੰਦਾ ਰਾਜਾ ਤੂੰ ਚਲਾ ਜਾ, ਆਪਦੀਆਂ ਫੌਜਾਂ ਲੈ ਜਾ, ਜੇ ਮੈਂ ਵਾਰ ਕਰਤਾ ਤੇਰੇ ਚੋਂ ਇੱਕ ਵੀ ਨਹੀਂ ਬਚਣਾ। ਇੰਨੀ ਯਾਦ ਕਰ ਲਈ, ਇੰਨੇ ਹੰਕਾਰ 'ਚ ਬੋਲਦਾ ਪਿਆ ਏ। ਮੈਂ ਤੈਨੂੰ ਕਹਿਦਾ ਏ ਮੇਰਾ ਕੰਮ ਕੋਈ ਨਹੀਂ, ਮੈਂ ਨਹੀਂ ਫੜਿਆ, ਮੈਂ ਨਹੀਂ ਕੁਝ ਕੀਤਾ, ਮੈਂ ਹਾਰ ਕੇ ਬੈਠਾ, ਤੂੰ ਹੋਰ ਹੀ ਬੋਲੀ ਜਾਂਦਾ। ਕਹਿੰਦਾ ਕਰ ਜਿਹੜਾ ਤੂੰ ਵਾਰ ਕਰਨਾ ਏ, ਜਿਹੜਾ ਤੂੰ ਵਾਰ ਕਰਨਾ ਕਰ ਲਾ। ਕਹਿੰਦਾ ਅੱਛਾ ਫਿਰ ਸਾਰੇ ਭਸਮ ਹੋ ਜਾਓ। ਆਖੋ ਸੀ ਖਾਕ ਬਣ ਗਈ ਖਾਕ। 60,000 ਪੁੱਤਰ ਦੀ, ਰਾਜੇ ਦੀ, ਘੋੜਿਆਂ ਦੀ, ਹਾਥੀਆਂ ਦੀ ਤੇ ਬੰਦੂਕਾਂ ਦੀ, ਤੋਪਾਂ ਦੀ, ਜੋ ਵੀ ਨਾਲ ਸੀ, ਫੌਜਾਂ ਸੀ ਨਾਲ। ਪਤਾ ਹੀ ਨਹੀਂ ਕਿਵੇਂ ਕਾਫਲਾ ਤੁਰਿਆ ਜਾਂਦਾ ਸੀ, ਜਿਵੇਂ ਧਰਤੀ ਤੇ ਸਾਰੇ ਉੱਤਰ ਆਇਆ। ਮਹਾਂਪੁਰਖਾਂ ਨੇ ਕਿਹਾ ਭਸਮ ਹੋ ਜਾਓ, ਸਾਰੇ ਮਰ ਗਏ ਤੇ ਮਿੱਟੀ ਖਾਕ ਬਣ ਗਈ। ਕਹਿੰਦੇ ਉਸ ਸਮੇਂ ਦੇ ਵਾਰਸ ਹੁੰਦੇ ਨੇ ਮਹਾਂਪੁਰਸ਼, ਸਮੇਂ ਸਮੇਂ ਦੇ। ਉਹਨਾਂ ਨੇ ਦੇਖਿਆ ਵੀ ਇੰਨੇ ਲੋਕ ਜਿਹੜੇ ਮਰੇ ਆ ਨਾ ਸਾਧੂ ਦੇ ਸ਼ਰਾਪ ਨਾਲ, ਤੇ ਇਹਨਾਂ ਨੇ ਸਿੱਧੇ ਹੀ ਭੂਤ ਪ੍ਰੇਤ ਬਣਨਾ। ਇਹ ਜਿਹੜੇ ਲੱਖਾਂ ਲੋਕ ਸੰਤਾਂ ਦੇ ਬਚਨ ਨਾਲ ਮਰ ਗਿਆ, ਇਹ ਤਾਂ ਬਣਨਗੇ ਭੂਤ ਪ੍ਰੇਤ, ਦੁਨੀਆ 'ਚ ਮਚਾਉਣਗੇ ਤਬਾਹੀ। ਇਹਨਾਂ ਦੀ ਕਲਿਆਣ ਨਹੀਂ ਹੋਣੀ। ਇਹ ਸੰਤਾਂ ਦੇ ਸਰਾਪੇ ਹੋਏ। ਉਹਨਾਂ ਨੇ ਫਿਰ ਭਗੀਰਥ ਜੀ ਨੇ ਫਿਰ ਵੇਖਿਆ ਵੀ ਇਹਨਾਂ ਦੀ ਕਲਿਆਣ ਹੋਣੀ ਚਾਹੀਦੀ। ਕਲਿਆਣ ਤਾਂ ਹੋਏਗੀ ਇਹਨਾਂ ਮਰਿਆਂ ਹੋਇਆਂ ਦੀ ਖਾਕ ਅੰਮ੍ਰਿਤ ਦੇ ਵਿੱਚ ਰੁੜ ਜਾਏ। ਇਹੋ ਜਿਹਾ ਜਲ ਹੋਵੇ ਜਿਹੜਾ ਜਲ ਸਾਰੇ ਪਾਪੀਆਂ ਦੀ ਖਾਕ ਨੂੰ ਲੈ ਜਾਵੇ ਤੇ ਉਹਨਾਂ ਦੀ ਕਲਿਆਣ ਹੋਵੇ। ਫਿਰ ਭਗੀਰਥ ਗੰਗਾ ਲੈ ਕੇ ਆਇਆ ਏ, ਉੱਪਰੋਂ ਪਰਬਤ ਤੋਂ ਗੰਗਾ ਨੂੰ ਛੀਟੀ ਦੇ ਨਾਲ ਸੋਟੀ ਲਾਈ ਆਇਆ। ਮਗਰ ਮਗਰ ਗੰਗਾ ਤੁਰੀ ਆਈ ਏ ਅੰਮ੍ਰਿਤ। ਸਾਧੂਆਂ ਦੇ ਚਰਨਾਂ ਦਾ, ਨਾਮ ਜਪਣ ਵਾਲਿਆਂ ਦਾ, ਰਿਸ਼ੀ ਮਹਾਂਪੁਰਖਾਂ ਨੇ ਕੁਟੀਆਂ ਪਾਲੀਆਂ ਗੰਗਾ ਦੇ ਆਸੇ ਪਾਸੇ, ਨਾਮ ਜਪਣ ਲੱਗੇ। ਗੰਗਾ ਅੰਮ੍ਰਿਤ ਹੋ ਗਿਆ ਕਿ ਦੁਨੀਆ ਦੇ ਵਿੱਚ ਕਲਿਆਣ ਹੋਏਗਾ, ਤਾਂ ਲੋਕੀ ਫਿਰ ਗੰਗਾ ਵਿੱਚ ਆਪਦੇ ਫੁੱਲ ਜਲ ਪ੍ਰਵਾਹ ਕਰਨ ਲੱਗੇ। ਇਸ ਗੰਗਾ ਨੂੰ ਵਰ ਹੋਇਆ ਕਿ ਤੂੰ ਘੋਰ ਕਲਯੁਗ ਵਿੱਚ ਵੀ ਤੇਰਾ ਜਲ ਪਵਿੱਤਰ ਰਹੇਗਾ, ਬਹੁਤ ਘੋਰ ਕਲਯੁਗ ਆਏਗਾ। ਕਹਿੰਦੇ ਇਹ ਫਿਰ ਗੰਗਾ ਦੀ ਕਹਾਣੀ ਹੈ ਕਿ ਗੰਗਾ ਕਿਵੇਂ ਧਰਤੀ ਤੇ ਆਈ ਤੇ ਸਾਰੇ ਜਿਹੜੇ ਭੂਤ ਪ੍ਰੇਤ ਉਹ ਜਿੰਨੇ ਮਰੇ ਸੀ ਉਹਨਾਂ ਦੀ ਖਾਕ ਨੂੰ ਰੋੜ ਕੇ ਲੈ ਗਈ। ਫਿਰ ਮਹਾਂਪੁਰਖ ਨੇ ਤਰਸ ਕੀਤਾ ਕਰਿਆ, ਦਾਤਾਂ ਦਿੱਤੀਆਂ ਮਹਾਂਪੁਰਖ ਦੇ ਇੱਕ ਬਚਨ ਨੇ ਤੇ ਖਤਮ ਕਰਦਾ ਇੱਕ ਬਚਨ ਨੇ, ਇੱਕ ਸਾਧੂ ਦੇ ਬਚਨ ਨੇ। ਤੇ ਕਲਿਆਣ ਜਦੋਂ ਸਾਰੇ ਦੀਨ ਹੋ ਗਏ, ਮਰ ਗਏ, ਪੁਕਾਰਾ ਕਰਨ ਲੱਗੇ ਹਾਏ ਹਾਏ, ਕੁਰਲਾਟ ਬਚਾ ਦਿੱਤੀ। ਤੇ ਉਸ ਸਮੇਂ ਰੱਬ ਨੇ ਤਰਸ ਕੀਤਾ ਮਹਾਂਪੁਰਖਾਂ ਦੇ ਰੂਪ 'ਚ। ਉਹਨਾਂ ਨੇ ਗੰਗਾ ਜਲ ਲਿਆ ਕੇ ਅੰਮ੍ਰਿਤ ਸਾਰੀ ਰਾਖ ਰੋੜ ਕੇ ਲੈ ਗਈ ਵਿੱਚ ਗੰਗਾ, ਤੇ ਸਾਰਿਆਂ ਦਾ ਪਾਰ ਉਤਾਰਾ ਹੋ ਗਿਆ। ਇਹ ਮਹਾਂਪੁਰਸ਼ ਇੱਕ ਹੀ ਦੁਨੀਆ ਤਾਰ ਸਕਦਾ ਹੈ, ਇੱਕ ਹੀ ਦੁਨੀਆ ਵਸਾ ਸਕਦਾ ਹੈ, ਇੱਕ ਹੀ ਖਤਮ ਕਰ ਸਕਦਾ ਹੈ। ਇੱਕ ਮਹਾਂਪੁਰਸ਼ ਦੀ ਡਿਊਟੀ ਲੱਗੀ ਹੈ, ਤੂੰ ਰੋਜੀ ਦੇਣੀ ਹੈ ਵਿਸ਼ਨੂੰ ਦੀ। ਇੱਕ ਮਹਾਂਪੁਰਖ ਦੀ ਡਿਊਟੀ ਲੱਗੀ ਤੂੰ ਪੈਦਾ ਕਰਨਾ ਸੰਸਾਰ ਬ੍ਰਹਮਾ ਜੀ ਦੀ। ਇੱਕ ਸਾਧੂ ਦੀ ਡਿਊਟੀ ਲੱਗੀ ਹੈ ਤੂੰ ਖਤਮ ਕਰਨਾ ਹੈ। ਸ਼ਿਵ ਜੀ ਉਹ ਸਾਰਿਆਂ ਦਾ ਭੋਗ ਪਾਉਂਦੇ ਆ, ਸਮਾਪਤੀ ਕਰਦੇ ਆ। ਇਹ ਤਿੰਨ ਸੰਤਾਂ ਦੀ ਡਿਊਟੀ ਲਾ ਦਿੱਤੀ ਪਰਮਾਤਮਾ ਨੇ, ਸੰਸਾਰ ਚਲਾਓ। ਇੱਕ ਨੂੰ ਕਿਹਾ ਤੂੰ ਪੈਦਾ ਕਰ, ਇੱਕ ਨੂੰ ਕਿਹਾ ਤੂੰ ਰੋਜੀ ਰੋਟੀ ਦੇ, ਤੀਜੇ ਨੂੰ ਕਿਹਾ ਤੂੰ ਸਮਾਪਤ ਕਰਨਾ, ਕਿਤੇ ਸਾਰਾ ਸੰਸਾਰ ਵਿੱਚ ਇਕੱਠੀ ਨਾ ਬਹੁਤਾ ਹੋ ਜਾਏ। ਸੰਸਾਰ ਕਹਿੰਦੀ ਜਿਵੇਂ ਹੁਣ ਮਰਨੀ ਨਾ ਜੰਮੀ ਜਾਂਦੇ ਤੇ ਫਿਰ ਤਾਂ ਭਾਈ ਕੰਮ ਔਖਾ ਸੀ ਨਾ। ਜ਼ਮੀਨਾਂ ਜਮੂਨਾਂ ਕਿੱਧਰ ਜਾਂਦੀਆਂ, ਘਰ ਘੁਰ ਕਿੱਧਰ ਜਾਂਦੇ, ਫਿਰ ਤਾਂ ਸਾਰੇ ਸੰਸਾਰ ਦੇ ਬਹੁਤ ਦੁਨੀਆ ਹੋ ਜਾਣੀ ਸੀ। ਰੱਬ ਨੇ ਜੰਮਣਾ ਮਰਨਾ ਬਣਾ ਦਿੱਤਾ, ਸੰਸਾਰ ਚੱਲਦਾ ਹੋ ਗਿਆ, ਸੰਸਾਰ ਦੀ ਕਿਰਤ ਚੱਲਦੀ ਹੋ ਗਈ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਤੇ ਗੁਰੂਆਂ ਦੇ ਨਾਲ ਜੁੜੋ ਤੇ ਗਰੀਬੀ ਨੂੰ ਤਾਰ ਲਓ ਹਿਰਦੇ 'ਚ
फिर बेनती करो, हथ जोड़ करा बेनती अपने दातार नूं। हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती। हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती हथ जोड़ करा बेनती अपने दातार नूं, तती कोई हवा न लगे मेरे परिवार नूं। हथ जोड़ करा बेनती। ਇਹ ਭਾਈ ਸਾਰਾ ਪੜਾ ਤੁਹਾਡਾ ਹੈ। ਅੱਜ ਸੰਤ ਗੁਰਮੀਤ ਸਿੰਘ ਨੂੰ ਮੈਂ ਕਿਹਾ ਕਿ ਮਾਰਕੀਟ ਵੀ ਇੱਥੇ ਬਣਾ ਦਿਓ ਤੇ ਹਰ ਚੀਜ਼ ਸਸਤੀ ਦਿਓ, ਲੁੱਟ ਖਸੁੱਟ ਬਹੁਤ ਹੀ। ਉਨੀ ਚੀਜ਼ ਪਿੱਛੋਂ ਜ਼ਿਮੀਂਦਾਰਾਂ ਥਾਵਾਂ ਤੋਂ ਉਨੀ ਮਹਿੰਗੀ ਨਹੀਂ ਆਉਂਦੀ ਜਿੰਨੀ ਅੱਜ ਦੁਕਾਨਾਂ ਵਾਲੇ ਵਪਾਰੀ ਲੁੱਟ ਖਸੁੱਟ ਕਰ ਰਹੇ ਆ। ਹਰ ਚੀਜ਼ ਸਸਤੀ ਦਿੱਤੀ ਜਾਵੇ। ਗੁਰੂ ਨਾਨਕ ਦਾ ਮੋਦੀਖਾਨਾ ਖੋਲ੍ਹੋ ਤੇ ਹਰ ਇੱਕ ਨੂੰ ਚੀਜ਼ ਇੱਥੋਂ ਸਸਤੀ ਮਿਲੇ। ਉਹਦੇ 'ਚ ਕੋਈ ਪ੍ਰਾਫਿਟ ਨਹੀਂ, ਸੇਵਾ ਹੀ ਸੇਵਾ ਕਰਨੀ। ਅਸੀਂ 10-12 ਥਾਵਾਂ 'ਤੇ ਬੜੇ ਬੜੇ ਹੱਟ ਖੋਲ੍ਹੇ ਆ ਤੇ ਸਾਰਾ ਹੀ ਸਮਾਨ ਉਹਨਾਂ 'ਚੋਂ ਮਿਲਦਾ ਹੈ ਤੇ ਬਿਲਕੁਲ ਬਾਜ਼ਾਰਾਂ ਨਾਲੋਂ ਬਹੁਤ ਘੱਟ ਰੇਟ ਤੇ, ਹੋਲਸੇਲ ਤੋਂ ਵੀ ਘੱਟ ਰੇਟ ਤੇ। ਵੀ ਦੁਨੀਆ ਦਾ ਭਲਾ ਹੋ ਜਾਏ। ਅੱਜ ਕੱਲ੍ਹ ਮੁਸ਼ਕਲ ਆਈ ਹੈ, ਲੋਕਾਂ ਦੇ ਕਾਰੋਬਾਰ ਨਹੀਂ ਚੱਲੇ ਤੇ ਲੋਕਡਾਊਨ ਦੇ ਵਿੱਚ ਕਰਫਿਊ 'ਚ ਬਹੁਤ ਲੋਕ ਤੰਗ ਰਹੇ ਆ। ਗਰੀਬ ਲੋਕਾਂ ਨੂੰ ਹੋਰਨਾਂ ਨੂੰ ਕਿੰਨਾ ਚਿਰ ਸਰਕਾਰ ਦੇਵੇਗੀ, ਦੇ ਤਾਂ ਰਹੀ ਹੈ, ਪਰ ਇੰਨਾ ਘੱਟ ਰੇਟ ਕਰ ਦਿਓ ਕਿ ਹਰ ਕੋਈ ਬੰਦਾ ਲੈ ਸਕੇ। ਉਹ ਇੱਥੇ ਮੈਂ ਕਿਹਾ ਸੀ ਮਾਰਕੀਟ ਖੋਲ੍ਹ ਦਿਓ, ਨਾਲ ਇਸ ਸਕੂਲ ਦਾ, ਨਾਲ ਜੱਗ ਦੇ ਭਲੇ ਵਾਸਤੇ ਆਪਾਂ ਹਰ ਚੀਜ਼ ਸੋਚਣੀ ਹੈ। ਵਪਾਰੀ ਨਹੀਂ ਬਣਨਾ, ਧੰਦਾ ਨਹੀਂ ਕਰਨਾ, ਨਾਮ ਜਪਣੀ ਹੈ, ਧਰਮ ਨਾਮ ਜਪਣਾ ਹੈ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ। ਤੇ ਤੁਹਾਡੇ ਨਾਲ ਸਾਂਝ ਸਾਡੀ ਹੈਗੀ। ਅਸੀਂ ਵੀ ਚੱਲ ਕੇ ਆਉਣੇ ਆ ਸਮਾਗਮ ਤੇ। ਸੰਤ ਗੁਰਮੀਤ ਸੋਹਣੀ ਜਥੇ ਸਮੇਤ ਇੱਥੇ ਪਾਠ ਪੂਜਾ ਜਪ ਤਪ ਕਰਵਾ ਰਹੇ ਨੇ। ਭਾਈ ਭਲਾ ਕਿੰਨਾ ਦਾ, ਭਲਾ ਕਿੰਨਾ ਦਾ। ਜੇ ਇੱਥੇ ਐਡੇ ਵੱਡੇ ਵੱਡੇ ਮਾਂ ਸੱਪੜ ਮਹੀਨੇ ਮਹੀਨੇ ਵਾਲੇ ਹੋਣਗੇ, 40-40 ਸਿੰਘ ਅੰਦਰ ਰਹਿਣਗੇ, 20-30 ਬੀਬੀਆਂ ਰਹਿਣਗੀਆਂ ਜਪ ਤਪ ਕਰਨ ਵਾਲੀਆਂ। ਦੋਨੋਂ ਸਾਈਡਾਂ ਵੱਖਰੀਆਂ ਵੱਖਰੀਆਂ ਹੁੰਦੀਆਂ। ਬੀਬੀਆਂ ਨਾਲੇ ਨਾਮ ਜਪਦੀਆਂ, ਨਾਲ ਲੰਗਰ ਤਿਆਰ ਕਰਦੀਆਂ, ਗੁਰਮੁਖ ਪਿਆਰੇ ਅੰਦਰ। ਇਹ ਭਲਾ ਕਿੰਦਾ ਹੈ, ਇਹ ਫਲ ਕਿੰਨਾਂ ਨੂੰ ਮਿਲਣਾ ਹੈ। ਸਾਡੇ ਇਲਾਕੇ 'ਚ ਠੰਡ ਵਰਤਣੀ ਹੈ। ਤੁਹਾਡੀ ਸਾਡੀ ਰੱਬ ਨੇ ਸਾਂਝ ਬਣਾਈ ਏ ਤੇ ਆਪਣੀ ਨਾਮ ਜਪਣ ਦੀ ਸਾਂਝ ਏ। ਇੱਕ ਤਾਂ ਗੁਰੂ ਦਾ ਦਸਵੰਧ, ਗੁਰੂ ਦੇ ਲੇਖੇ ਲਾਉਣਾ ਇੱਥੇ। ਜਿੱਥੇ ਨਿਸ਼ਚਾ ਹੋਵੇ, ਜਿੱਥੇ ਸ਼ਰਧਾ ਹੋਵੇ, ਉੱਥੇ ਦਸਵੰਧ ਆਪਦਾ ਲੇਖੇ ਲਾਓ, ਜਿੱਥੇ ਪਤਾ ਲੱਗ ਰਿਹਾ ਹੈ। ਦੂਜੀ ਥਾਂ ਤੇ ਦਿਖਾਵੇ ਵਾਸਤੇ ਨਾ ਦਿਓ, ਵਾਵਾ ਵਾਸਤੇ ਨਾ ਦਿਓ, ਕੋਈ ਫਲ ਨਹੀਂ ਮਿਲਦਾ। ਵਾਵਾ ਵਾਸਤੇ, ਦਿਖਾਵੇ ਵਾਸਤੇ ਇਹ ਮਾਇਆ ਦੇਣੀ ਕੋਈ ਲਾਭ ਨਹੀਂ ਹੁੰਦਾ। ਜਿੱਥੇ ਭਲਾ ਹੋ ਰਿਹਾ, ਪਰਉਪਕਾਰ ਹੋ ਰਹੇ ਨੇ, ਉੱਥੇ ਜਾ ਕੇ ਇਹ ਦਸਵੰਧ ਲੇਖੇ ਲਾ ਦੇਣਾ। ਦੂਜਾ 24 ਘੰਟਿਆਂ 'ਚ 2.5 ਘੰਟੇ ਸਾਰਿਆਂ ਨੇ ਗੁਰੂ ਦੇ ਨਾਂ ਤੇ ਕੱਢਣੇ ਆ। ਸੁਣ ਲਓ, ਚਾਹੇ ਕਰੋ 2 ਪਾਠ ਸੁਖਮਨੀ ਦੇ ਰੋਜ਼, ਜਾਂ ਫਿਰ ਕਰੋ 10 ਪਾਠ ਜਪਜੀ ਸਾਹਿਬ ਦੇ ਰੋਜ਼ ਜਿਹੜਾ ਪੜ੍ਹਿਆ ਇਹ ਪੜ੍ਹਨ ਕਰਨਾ ਹੈ, ਜਾਂ ਫਿਰ 6 ਮਾਲਾ ਪਹਿਲੀ ਪੌੜੀ ਮੂਲ ਮੰਤਰ ਦੀਆਂ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ।
ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਤੁਹਾਡੀ ਤੇ ਸਾਡੀ ਸਾਂਝ ਜਿਹੜੀ ਹੈ ਨਾ, ਇਹ ਨਾਮ ਜਪਣ ਦੀ ਏ ਤੇ ਦਸਵੰਧ ਕੱਢਣ ਦੀ। ਸਮੇਂ ਚੋਂ ਦਸਵੰਧ, ਕਿਰਤ ਕਮਾਈ ਦਾ ਦਸਵੰਧ। ਜੇ ਤੁਸੀਂ ਕਰਦੇ ਰਹੋਗੇ ਸੁਖੀ ਰਹੋਗੇ। ਅਸੀਂ ਵੀ ਪਰਉਪਕਾਰ ਸੇਵਾ ਕਰਦੇ ਰਵਾਂਗੇ, ਅਸੀਂ ਵੀ ਸੁਖੀ ਰਹਾਂਗੇ। ਤੇ ਜਦੋਂ ਆਵਾਜ਼ ਪਏ ਮਾਂ ਸੰਪੜ ਪਾਠ ਰੱਖਣਾ ਹੈ, ਕੋਈ ਸੇਵਾ ਹੈ ਹਜੂਰ ਸਾਹਿਬ 1 ਮਹੀਨੇ ਦੀ ਸੇਵਾ ਹੈ, ਹੁਣ ਜਾਣਾ ਹੈ, ਸੰਗਤਾਂ ਨੇ ਪਹਿਲੋਂ ਨਹੀਂ ਹੋਈ। 1 ਮਹੀਨਾ ਹਜੂਰ ਸਾਹਿਬ ਲਾ ਕੇ ਆਉਣਾ ਸਾਰਿਆਂ ਨੇ। 1 ਮਹੀਨੇ ਦੀ ਤੁਹਾਡੀ ਸੇਵਾ ਹੈ ਹਜੂਰ ਸਾਹਿਬ ਦੀ। ਹੁਣ ਰੇਲਾਂ ਜਾ ਰਹੀਆਂ ਨੇ, ਗੱਡੀਆਂ ਜਾ ਰਹੀਆਂ, ਸੇਵਾ ਵੀ ਚੱਲਦੀ ਹੈ। ਅਸੀਂ 4-5 ਮਹੀਨੇ ਲਾ ਕੇ ਆਏ ਆ। ਸਾਲ 'ਚ 1 ਮਹੀਨਾ ਹਜੂਰ ਸਾਹਿਬ ਲੰਗਰ ਲਾਉਣੇ ਆ, ਦਰਸ਼ਨ ਕਰਨੇ ਆ, ਨਾਮ ਜਪਣਾ ਹੈ, ਨਾਲ ਉਥੇ ਪਾਠ ਰੱਖੀ ਦੇ। ਤੇ ਸਾਲ 'ਚੋਂ ਮਹੀਨਾ ਆ ਮਾਂ ਸੰਪੜ ਪਾਠ ਚੱਲਦੇ ਆ 2 ਵਾਰੀ। ਇਹ ਸਮਾਂ ਕੱਢ ਲਿਆ ਤੇ ਨਾਮ ਜਿਹੜਾ 10ਵਾਂ ਹਿੱਸਾ ਨਾਮ ਜਪਣਾ ਹੈ 2.5 ਘੰਟੇ ਰੋਜ਼। ਉਹ ਜਪਜੀ ਸਾਹਿਬ, ਸੁਖਮਨੀ ਸਾਹਿਬ, ਮਾਲਾ ਫੇਰ ਲਓ, ਕੀਰਤਨ ਸੁਣ ਲਓ ਗੁਰੂ ਸਾਹਿਬ ਦੀ। ਇਹ ਜ਼ਿੰਦਗੀ 'ਚ ਕਰਨਾ ਨਾ ਭੁੱਲਿਓ। ਤੇ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਤੰਗੀਆਂ ਦਾ ਜ਼ਿੰਮੇਵਾਰ ਹੈ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਤੇ ਕਹਿੰਦੇ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਜਾਮਣ ਹਾਂ ਕਿ ਤੁਹਾਡੇ ਕਾਰਜ ਗੁਰੂ ਨਾਨਕ ਕਰੇਗਾ। ਤੁਸੀਂ ਦਸਵੰਧ ਕੱਢਣਾ ਨਾ ਭੁੱਲੋ, ਸਮੇਂ ਦਾ ਤੇ ਕਿਰਤ ਕਮਾਈ ਦਾ। ਕਿਰਤ ਕਮਾਈ ਦਾ ਵੀ 10ਵਾਂ ਗੁਰੂ ਦੇ ਲੇਖੇ ਲਾ ਦੇਣਾ। ਚੁੱਪ ਚਪੀਤੇ ਲਾਉਣਾ, ਦਿਖਾ ਕੇ ਨਹੀਂ, ਰੋਲੇ ਪਾ ਕੇ ਨਹੀਂ। ਤੇ ਆਪਣੇ ਪਾਠ ਪੂਜਾ ਵੀ ਬਹੁਤਾ ਦਿਖਾਵਾ ਨਹੀਂ ਕਰਨਾ, ਇਹ ਵੀ ਲੇਖੇ ਲਾਉਣਾ ਹੈ। ਜਾਂ 10 ਪਾਠ ਜਪਜੀ ਸੁਖਮਨੀ ਸਾਹਿਬ ਦੇ, 2 ਪਾਠ ਰੋਜ਼, ਜਾਂ 10 ਜਪਜੀ ਸਾਹਿਬ ਦੇ, ਜਾਂ 6 ਮਾਲਾ ਰੋਜ਼ ਪਹਿਲੀ ਪੌੜੀ ਦੀਆਂ, ਜਾਂ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਦੀਆਂ। ਤੇ ਹਿੰਦੂ ਭਰਾ ਰਾਮ ਰਾਮ ਦੀਆਂ 160 ਮਾਲਾ ਕਰ ਸਕਦਾ ਹੈ। ਇਹ ਸਾਰੇ ਬਾਹਾਂ ਖੜੀਆਂ ਕਰੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲਵੋ ਤੇ ਛੱਡੋ ਜਕਾਰਾ ਭਾਈ। ਬੋਲੇ ਸੋਨਿਹਾਲ। ਸਾਰਿਆਂ ਨੇ ਪਾਠ ਕਰ ਕਰਕੇ ਲਿਖ ਕੇ ਲੈ ਕੇ ਆਉਣੇ ਆ। ਹਰੇਕ ਮਹੀਨੇ ਬਾਅਦ ਇੱਥੇ ਪੂਰਨਮਾਸ਼ੀ ਮਨਾਈ ਜਾਂਦੀ। ਹਾਂ, ਪੂਰਨਮਾਸ਼ੀ ਦਾ ਦਿਨ ਮਨਾਇਆ ਜਾਂਦਾ, ਦੂਜੇ ਤੀਜੇ ਦਿਨ। ਤੇ ਸਾਰਿਆਂ ਨੇ ਪਾਠ ਕਰਕੇ ਲੈ ਕੇ ਆਉਣੇ ਆ। ਇਹ ਤੁਹਾਡਾ ਹੀ ਇਹ ਸਥਾਨ, ਤੁਹਾਡੀ ਸੇਵਾ ਵਾਸਤੇ ਹੀ ਹੈ। ਤੁਹਾਡੇ ਹੀ ਬੱਚੇ ਪੜ੍ਹਨੇ ਇੱਥੇ। ਤੇ ਭੈ ਨਾ ਕਰੋ, ਸਾਰੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। ਹੁਣ ਦਾਸਾਂ ਵੱਲੋਂ ਸਮਾਪਤੀ ਹੈ। ਗੁਰੂ ਸਾਹਿਬ ਮਿਹਰ ਕਰਨ, ਅਗਲਾ ਪ੍ਰੋਗਰਾਮ ਪ੍ਰਬੰਧਕਾਂ ਤੋਂ ਸ਼ਰਵਣ ਕਰ ਲਵੋ। ਔਰ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।